HSN TV ਵੇਖ ਰਹੇ ਸਾਰੇ ਦਰਸ਼ਕਾਂ ਦਾ ਚੰਗੇਰ ਪ੍ਰੋਗਰਾਮ 'ਚ ਮੈਂ ਸ਼ੀਤਲ ਠਾਕੁਰ ਨਿੱਗਾ ਸਵਾਗਤ ਕਰਦੀ ਹਾਂ। ਸਿਆਸਤ ਨਾਲ ਜੁੜੇ ਪੱਖ ਦੇ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਸਟੂਡੀਓ ਦੇ ਵਿੱਚ ਮਾਹਰ ਮਹਿਮਾਨ ਮਿਸਟਰ ਬਲਜੀਤ ਸਿੰਘ ਮੌਜੂਦ ਨੇ। ਸਰ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਚੰਗੇਰ। शुक्रिया, सत श्री अकाल, नमस्कार, आदाब। ਸਰ ਹਰ ਰੋਜ਼ ਅਸੀਂ ਸਿਆਸਤ ਨਾਲ ਜੁੜੇ ਅਹਿਮ ਮੁੱਦਿਆਂ ਤੇ ਗੱਲ ਕਰਦੇ ਹਾਂ। ਦੇਖੋ ਚੋਣਾਂ ਨਜ਼ਦੀਕ ਆ ਗਈਆਂ ਨੇ। 14 ਫਰਵਰੀ ਦੀ ਜਿਹੜੀ ਡੇਟ ਹੈ ਉਹ ਡਿਕਲੇਅਰ ਹੋਈ ਹੈ ਪੰਜਾਬ ਦੇ ਵਿੱਚ। ਸੋ ਚੋਣ ਜਾਬਤਾ ਲੱਗ ਚੁੱਕਿਆ। ਹਰੇਕ ਪਾਰਟੀ ਆਪਣੇ ਜਿਹੜੇ ਤੀਰ ਸੀਗੇ ਕਮਾਨ ਚੋਂ ਕੱਢ ਚੁੱਕੀ ਹੈ, ਯਾਨੀ ਕਿ ਵੱਖੋ ਵੱਖ ਜਿਹੜੇ ਐਲਾਨ ਹੈ ਹਰੇਕ ਪਾਰਟੀ ਕਰ ਚੁੱਕੀ ਹੈ। ਪਰ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਮੁੱਦੇ ਭਖ ਰਹੇ ਨੇ, ਯਾਨੀ ਕਿ ਨੌਜਵਾਨੀ ਹੈ ਸਾਡੀ ਜਿਹੜੀ ਕਿ ਬੇਰੁਜ਼ਗਾਰੀ ਦੇ ਵਿੱਚ ਫਸੀ ਹੋਈ ਹੈ ਔਰ ਵਿਦੇਸ਼ਾਂ ਵੱਲ ਕੂਚ ਕਰ ਰਹੀ ਹੈ। ਸੋ ਇਹੋ ਜਿਹੀਆਂ ਹੋਰ ਵੀ ਕਈ ਸਮੱਸਿਆਵਾਂ ਨੇ ਜਿਹੜੀਆਂ ਕਿ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਚਰਮ ਸੀਮਾ ਤੇ ਨੇ, ਪਰ ਕਿਸੇ ਵੀ ਪਾਰਟੀ ਦੇ ਵੱਲੋਂ ਹਜੇ ਤੱਕ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਕਿਸੇ ਵੀ ਤਰ੍ਹਾਂ ਦਾ ਕੋਈ ਐਲਾਨ ਜਿਹੜਾ ਨਹੀਂ ਕੀਤਾ ਗਿਆ। ਗੱਲ ਮੈਂ ਤੁਹਾਡੇ ਨਾਲ ਕਰ ਰਹੀ ਹਾਂ ਇੱਕ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਦੀ, ਜਿਸ ਨੇ ਇੱਕ ਨਿੱਜੀ ਚੈਨਲ ਨੂੰ ਇੱਕ ਪੱਤਰ ਲਿਖਿਆ। ਤੁਸੀਂ ਹੈਰਾਨ ਹੋ ਜਾਓਗੇ ਸਰ ਸੁਣ ਕੇ। ਉਸ ਨੌਜਵਾਨ ਨੇ ਉਸ ਪੱਤਰ ਦੇ ਵਿੱਚ ਉਹ ਗੱਲਾਂ ਕਹੀਆਂ ਨੇ ਜੋ ਸ਼ਾਇਦ ਕਿਸੇ ਵੀ ਸਿਆਸੀ ਪਾਰਟੀ ਦੇ ਕਿਸੇ ਵੀ ਆਗੂ ਦੇ ਦਿਮਾਗ ਦੇ ਵਿੱਚ ਬਿਲਕੁਲ ਵੀ ਨਹੀਂ ਆਈਆਂ। ਜੇ ਤੁਸੀਂ ਕਹੋ ਤਾਂ ਮੈਂ 2-4 ਗੱਲਾਂ ਤੁਹਾਡੇ ਨਾਲ ਇੱਥੇ ਸ਼ੇਅਰ ਕਰ ਲਾਂ। ਨੌਜਵਾਨ ਨੇ ਲਿਖਿਆ ਕਿ ਸਾਡੀਆਂ ਕੁਝ ਮੰਗਾਂ ਨੇ ਜਿਹੜੀਆਂ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਜਿਹੜੀਆਂ ਮੰਨਣੀਆਂ ਚਾਹੀਦੀਆਂ ਨੇ ਤੇ ਇਹਨੂੰ ਆਪਣੇ ਮੈਨੀਫੈਸਟੋ 'ਚ ਸ਼ਾਮਲ ਕਰਨਾ ਚਾਹੀਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਭਰਤੀਆਂ ਦੇ ਲਈ, ਸਰਕਾਰੀ ਨੌਕਰੀਆਂ ਦੇ ਭਰਤੀਆਂ ਦੇ ਲਈ ਜਿਹੜੇ ਵੀ ਬੋਰਡ ਬਣਾਏ ਜਾਂਦੇ ਨੇ, ਜਿਵੇਂ ਕਿ PSSSB ਤੇ PPSC ਤੇ ਹੋਰ ਵੀ ਵਿਭਾਗ ਨੇ ਜਿਵੇਂ ਕਿ PSPCL, ਇਹਨਾਂ ਦੇ ਜੋ ਪੇਪਰ ਹੁੰਦੇ ਨੇ ਉਹਨਾਂ ਦਾ ਸਭ ਦਾ ਹਰ ਸਾਲ ਦੀ ਤਰ੍ਹਾਂ UPSC ਦੇ ਵਾਂਗ ਇੱਕ ਕੈਲੰਡਰ ਜਾਰੀ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਇਹ ਪਹਿਲਾਂ ਲਿਖਿਆ ਹੋਵੇ ਕਿ ਪੇਪਰ ਦਾ ਨੋਟੀਫਿਕੇਸ਼ਨ ਕਦ ਆਵੇਗਾ, ਕਦੋਂ ਪੇਪਰ ਹੋਵੇਗਾ ਤੇ ਕਦੋਂ ਰਿਜ਼ਲਟ ਆਵੇਗਾ। ਕਿਉਂਕਿ ਮੌਜੂਦਾ ਸਮੇਂ ਤਿਆਰੀ ਕਰਨ ਵਾਲੇ ਨੌਜਵਾਨ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਕਿ ਉਹ ਤਿਆਰੀ ਤਾਂ ਕਰਦਾ ਪਿਆ ਪਰ ਪੇਪਰ ਹੋਣਾ ਕਦੋਂ ਆ, ਤੇ ਕਈ ਸਾਲ ਮੈਨੂੰ ਲੱਗਦਾ ਪੇਪਰ ਹੁੰਦੇ ਵੀ ਨਹੀਂ। ਸੋ ਅਗਰ ਇਸ ਤਰ੍ਹਾਂ ਦਾ ਅਗਰ ਕੈਲੰਡਰ ਬਣ ਜਾਵੇ ਤੇ ਨੌਜਵਾਨ ਨੂੰ ਪਤਾ ਹੋਊਗਾ ਕਿ ਮੈਂ ਅਪ੍ਰੈਲ ਮਹੀਨੇ ਜਾਂ ਮੇਰੀ ਮਈ ਦੇ ਮਹੀਨੇ ਪੇਪਰ ਪੈਣੇ ਨੇ, ਮੇਰੀ BA ਜਾਂ MA ਖਤਮ ਹੋਣੀ ਹੈ ਤੇ ਮੇਰੇ ਕੋਲ ਇੰਨੇ ਮਹੀਨੇ ਜਿਹੜੇ ਅੱਗੇ ਤਿਆਰੀ ਵਾਸਤੇ ਹੈਗੇ ਨੇ। ਕਿੰਨੀ ਕੋਈ ਔਖੀ ਗੱਲ ਹੈ ਇੱਕ ਕੈਲੰਡਰ ਜਾਰੀ ਕਰਨਾ। ਉਸ ਤੋਂ ਬਾਅਦ ਦੂਸਰੀ ਉਹਨਾਂ ਨੇ ਮੰਗ ਇਹ ਕੀਤੀ ਹੈ ਕਿ ਭਰਤੀਆਂ ਭਾਵੇਂ ਘੱਟ ਨਿਕਲਣ ਪਰ ਹਰ ਸਾਲ ਨਿਕਲਣ। ਉਹਦੇ ਨਾਲ ਕੀ ਹੋਏਗਾ, ਹਨੇਰਾ ਤਾਂ ਨਹੀਂ ਦਿਖੇਗਾ ਨੌਜਵਾਨ ਨੂੰ। ਇਹ ਤਾਂ ਨਹੀਂ ਹੋਏਗਾ ਕਿ ਬਿਲਕੁਲ ਵੀ ਜਿਹੜੀ ਭਰਤੀ ਨਹੀਂ ਹੋਣੀ, ਭਾਵੇਂ 10 ਬੰਦੇ ਹੀ ਭਰਤੀ ਕੀਤੇ ਜਾਣ ਪਰ ਭਰਤੀ ਜ਼ਰੂਰ ਕੀਤੇ ਜਾਣ। ਉਹਦੇ ਨਾਲ ਫਰਕ ਇਹ ਪਏਗਾ ਕਿ ਹਰੇਕ ਬੱਚਾ ਜਿਹੜਾ ਹੈ ਪੰਜਾਬ ਦਾ ਉਹ ਮਿਹਨਤ ਜ਼ਰੂਰ ਕਰੇਗਾ। ਤੀਸਰੀ ਗੱਲ ਉਹਨਾਂ ਨੇ ਕਿਹਾ ਕਿ ਜਿਹੜੇ ਕਿ ਬੱਚੇ ਸਰਕਾਰੀ ਨੌਕਰੀਆਂ ਦੇ ਪੇਪਰ ਭਰਨ ਵਾਸਤੇ ਮੁਫਤ ਫੀਸਾਂ ਭਰਦੇ ਨੇ, ਜਿਵੇਂ ਕਿ ਬਹੁਤ ਜ਼ਿਆਦਾ ਰੇਟ ਕੀਤਾ ਹੋਇਆ ਸਰਕਾਰ ਨੇ, 1000, 1200, 1500 ਤੱਕ ਦੇ ਜਿਹੜੇ ਕਿ ਬੱਚੇ ਪੇਪਰ ਭਰਦੇ ਨੇ। ਸੋ ਸ਼ਰੇਆਮ ਸਰਕਾਰ ਦੇ ਵੱਲੋਂ ਇੱਕ ਤਰ੍ਹਾਂ ਲੁੱਟ ਹੋ ਰਹੀ ਹੈ। ਇਹ ਇੰਨੀ ਜ਼ਿਆਦਾ ਫੀਸ ਕਿਉਂ ਹੈ? ਸਭ ਤੋਂ ਵੱਡਾ ਸਵਾਲ ਕਿਉਂ ਹੈ? ਕਿਉਂਕਿ ਦੇਖੋ ਜਿਹੜਾ ਬੱਚਾ ਪੜ੍ਹ ਗਿਆ, ਜਿਹਨੇ BA ਕਰ ਲਈ, MA ਕਰ ਲਈ ਜਾਂ ਅੱਗੇ ਉਹਨੇ ਕੋਈ ਹੋਰ ਸਟੱਡੀ ਕੀਤੀ ਹੈ, BSc MSc, ਆਖਰਕਾਰ ਉਹ ਵੀ ਤਾਂ ਫੀਸਾਂ ਦੇ ਕੇ ਹੀ ਕੀਤੀ ਹੈ। ਫਿਰ ਉਸ ਤੋਂ ਬਾਅਦ ਨੌਕਰੀ ਲੈਣ ਵਾਸਤੇ ਵੀ ਉਹ ਇੰਨੀਆਂ ਮਹਿੰਗੀਆਂ ਜਿਹੜੀਆਂ ਨੇ ਫਾਰਮ ਭਰਦੇ ਨੇ। ਸੋ ਤੁਸੀਂ ਕੀ ਕਹੋਗੇ ਕਿ ਇਹ ਮੰਗਾਂ ਸ਼ਾਮਲ ਕਰ ਲੈਣੀਆਂ ਚਾਹੀਦੀਆਂ ਨੇ ਜਾਂ ਇਹ ਔਖੀਆਂ ਨੇ? ਸ਼ੀਤਲ, ਗੱਲ ਪਤਾ ਕੀ ਹੈ ਕਿ ਮੰਗਾਂ ਤਾਂ ਇਹ ਠੀਕ ਨੇ, ਜਾਇਜ਼ ਨੇ, ਪਰ ਇਹ ਅਸੰਭਵ ਨੇ। ਉਹਦਾ ਕਾਰਨ ਇਹ ਹੈ ਕਿ ਤੁਸੀਂ ਵੇਖਿਆ ਹੋਣਾ, ਇਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਫਾਰਮ ਜਦੋਂ ਭਰਵਾਏ ਜਾਂਦੇ ਆ ਕਿਸੇ ਅਸਾਮੀ ਵਾਸਤੇ ਤਾਂ 2000 ਰੁਪਏ ਦਾ ਫਾਰਮ ਮਿਲ ਰਿਹਾ ਹੁੰਦਾ, ਕਿਤੇ 1500 ਦਾ, ਕਿਤੇ 1000 ਦਾ। ਔਰ ਤੁਸੀਂ ਇਹ ਵੀ ਵੇਖਿਆ ਹੋਣਾ ਕਿ ਜੇ ਕਿਤੇ ਇੱਕ ਕਲਰਕ ਦੀ ਅਸਾਮੀ ਨਿਕਲਦੀ ਹੈ ਤਾਂ ਉਹਦੇ ਵਾਸਤੇ ਘੱਟੋ ਘੱਟ ਨਹੀਂ ਤਾਂ 50,000 ਬਿਨੇਕਾਰ ਹੁੰਦੇ ਨੇ। ਬਿਲਕੁਲ ਠੀਕ ਹੈ। ਔਰ ਉਹਦੇ ਵਿੱਚ ਇੱਥੋਂ ਤੱਕ ਕਿ ਚਪੜਾਸੀਆਂ ਵਾਸਤੇ ਵੀ MA PhD ਤੱਕ ਲੋਕ ਜਿਹੜੇ ਨੇ ਮਜਬੂਰ ਨੇ, ਉਹ ਅਪਲਾਈ ਕਰਦੇ ਆ। ਠੀਕ ਹੈ। ਉਸ ਤਰ੍ਹਾਂ ਦੀ ਕੋਈ ਸਰਕਾਰ ਦੀ ਨੀਤੀ ਨਹੀਂ ਹੈ। ਇੱਕ ਹੋਰ ਵੱਡਾ ਭੈੜ ਜਿਹੜਾ ਹੈ ਉਹ ਇਹ ਹੈ ਕਿ ਤੁਸੀਂ ਕੇਂਦਰ ਸਰਕਾਰ ਦੀਆਂ ਭਾਵੇਂ ਨੌਕਰੀਆਂ ਨੇ, ਭਾਵੇਂ ਉਹ ਕਾਰਪੋਰੇਸ਼ਨਾਂ ਦੀਆਂ ਜਾਂ ਬੋਰਡਾਂ ਦੀਆਂ ਨੇ ਜਾਂ ਉਹ ਕਾਲਜਾਂ ਦੀਆਂ ਨੇ, ਠੀਕ, ਸਰਕਾਰੀ ਗੈਰ ਸਰਕਾਰੀ ਅਦਾਰਿਆਂ ਦੀਆਂ ਨੇ, ਉੱਥੇ ਕੀ ਹੋਣ ਲੱਗ ਪਿਆ ਹੁਣ ਕਿ ਮੰਨ ਲਓ ਇੱਕ ਬੰਦਾ ਸੇਵਾ ਮੁਕਤ ਹੋ ਗਿਆ 60 ਸਾਲ ਦੀ ਉਮਰ ਤੋਂ ਬਾਅਦ ਜਾਂ 52 ਸਾਲ ਜਾਂ 58 ਸਾਲ ਦੀ ਉਮਰ ਜੋ ਨਿਰਧਾਰਿਤ ਸੀਮਾ ਹੈ ਜੀ, ਉਸ ਨੂੰ ਫਿਰ 5 ਸਾਲ ਵਾਸਤੇ ਰੱਖ ਲਿਆ ਜਾਂਦਾ। ਯੂਨੀਵਰਸਿਟੀ ਵਿੱਚ ਵੀ ਐਵੇਂ ਹੈ ਕਿ ਜਿਹੜਾ ਬੰਦਾ ਸੇਵਾ ਮੁਕਤ ਹੋ ਗਿਆ, ਲੈਕਚਰਰ ਜਾਂ ਪ੍ਰੋਫੈਸਰ ਜਾਂ ਰੀਡਰ, ਉਸ ਨੂੰ ਫਿਰ 5 ਸਾਲ ਦੇ ਦਿੱਤੇ ਜਾਂਦੇ ਨੇ। ਉੱਥੇ ਨਵੀਆਂ ਭਰਤੀਆਂ ਕਰਨ ਦੀ ਕੋਈ ਵਿਵਸਥਾ ਨਹੀਂ ਔਰ ਸਰਕਾਰ ਵੱਲੋਂ ਕੋਈ ਅਜਿਹਾ ਹੁਕਮ ਨਹੀਂ ਕਿ ਜਿਹੜੇ ਬੰਦੇ ਰਿਟਾਇਰ ਹੋ ਗਏ, ਇੰਨੇ ਸਾਲ ਉਹਨਾਂ ਨੇ ਸੇਵਾ ਕੀਤੀ ਹੈ ਔਰ ਤਨਖਾਹਾਂ ਲਈਆਂ ਨੇ ਬਿਲਕੁਲ ਰੁੱਗ ਭਰ ਕੇ, ਉਹਨਾਂ ਨੂੰ ਫੇਰ ਕਿਉਂ ਰੱਖਿਆ ਜਾਂਦਾ? ਨਵਿਆਂ ਨੂੰ ਕਿਉਂ ਨਹੀਂ ਮੌਕਾ ਦਿੱਤਾ? ਜਿੱਥੋਂ ਤੱਕ ਹੈ ਕਿ ਕੈਲੰਡਰ ਦੀ ਗੱਲ, ਦੇਖੋ ਇਹ ਸੰਭਵ ਨਹੀਂ ਹੈ। ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਕਿ ਕਈ ਵਾਰੀ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ
ਹੁਣ ਜਿਵੇਂ ਕਰੋਨਾ ਹੈ ਨਾ ਜੀ, ਇਹਦੇ ਚ ਕਈ ਜਿਹੜੇ ਇਮਤਿਹਾਨ ਸੀਗੇ ਉਹ ਰੱਦ ਕਰ ਦਿੱਤੇ ਗਏ ਜੀ, ਇਸ ਤਰ੍ਹਾਂ ਸੰਭਵ ਨਹੀਂਗਾ। ਬਹੁਤ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਜੇ ਉਹ ਕੈਲੰਡਰ ਤੇ ਲਿਖ ਦੇਣ ਕਿ ਆਪ ਫਲਾਣੀ ਤਰੀਕ ਨੂੰ ਹੋਏਗਾ ਤੇ ਉਹਦਾ ਨਾ ਹੋਊਗਾ ਫਿਰ ਜ਼ਿਆਦਾ ਮਾਯੂਸੀ ਹੋਊਗੀ, ਤਾਂ ਇਹ ਸੰਭਵ ਨਹੀਂਗਾ। ਜਿੱਥੋਂ ਤੱਕ ਗੱਲ ਹੈਗੀ ਕਿ ਹਰ ਵੇਲੇ ਨੌਕਰੀਆਂ ਕੱਢੀਆਂ ਜਾਣ, ਅਸਾਮੀਆਂ ਕੱਢੀਆਂ ਜਾਣ ਤਾਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਲੱਗੇ। ਦੇਖੋ ਗੱਲ ਇਹ ਹੈ ਕਿ ਪਹਿਲਾਂ ਤਾਂ ਇਹ ਹੋਣਾ ਚਾਹੀਦਾ ਕਿ ਸਰਕਾਰ ਇਹ ਦੱਸੇ ਕਿ ਕਿਹੜੇ ਅਦਾਰੇ ਦੇ ਵਿੱਚ, ਸਰਕਾਰੀ ਅਦਾਰੇ ਵਿੱਚ ਕਿੰਨੀਆਂ ਅਸਾਮੀਆਂ ਖਾਲੀ ਨੇ ਜੀ। ਹੁਣ ਕੀ ਹੁੰਦਾ ਜਦੋਂ ਖਾਲੀ ਅਸਾਮੀਆਂ ਹੁੰਦੀਆਂ ਨੇ ਉਹਨਾਂ ਦੀ ਤਾਦਾਦ ਜਾਂ ਉਹਨਾਂ ਦੀ ਗਿਣਤੀ ਕਦੇ ਵੀ ਨੌਜਵਾਨਾਂ ਤੱਕ ਨਹੀਂ ਪਹੁੰਚਦੀ ਕਿ ਫਲਾਣੇ ਅਦਾਰੇ 'ਚ ਇੰਨੀਆਂ ਅਸਾਮੀਆਂ ਖਾਲੀ ਨੇ, ਔਰ ਉਹ ਅਸਾਮੀਆਂ ਨੂੰ ਪੂਰੀ ਨਹੀਂ ਕੀਤਾ ਜਾਂਦਾ ਕਿਉਂਕਿ ਉੱਥੇ ਉਹਨਾਂ ਦੀਆਂ ਆਰਥਿਕ ਮਜਬੂਰੀਆਂ ਹੁੰਦੀਆਂ ਨੇ। ਉਹ ਕਹਿੰਦੇ ਸਾਡੇ ਕੋਲ ਪੈਸਾ ਨਹੀਂਗਾ ਤਨਖਾਹਾਂ ਦੇਣ ਨੂੰ। ਤੁਸੀਂ ਵੇਖਿਆ ਹੋਣਾ ਕਿ ਬਹੁਤ ਜਿਹੜੇ ਮੁਲਾਜ਼ਮ ਨੇ ਉਹ ਇਸ ਗੱਲ ਕਰਕੇ ਮਤਲਬ ਸਰਕਾਰ ਦਾ ਪਿੱਟ ਸਿਆਪਾ ਕਰਦੇ ਆ। ਉਹ ਕਹਿੰਦੇ ਨੇ ਵੀ ਸਾਨੂੰ ਤੁਸੀਂ ਕੱਚੇ ਰੱਖ ਲਿਆ। ਜਿਹੜੇ ਮਤਲਬ ਕਾਲਜ ਨੇ ਉਹਨਾਂ ਦੇ ਵਿੱਚ ਕੀ ਹੁੰਦਾ ਕਿ ਤੁਸੀਂ ਮੰਨ ਲਓ ਨੈਟ ਪਾਸ ਕਰ ਲਿਆ, ਐਮਏ ਕਰਕੇ ਤੁਸੀਂ ਨੈਟ ਪਾਸ ਕਰ ਲਿਆ, ਯਾਨੀ ਕਿ ਤੁਸੀਂ ਆਪਣੀ ਸਾਰੀ ਯੋਗਤਾ ਲੈਕਚਰਰ ਲੱਗਣ ਦੀ ਪੂਰੀ ਕਰ ਲਈ, ਪਰ ਤੁਹਾਨੂੰ ਰੱਖਿਆ ਉੱਥੇ 15,000 ਰੁਪਏ ਦੇ ਜਾਂਦਾ ਜੀ, ਬਿਲਕੁਲ। ਜਦੋਂ ਕਿ ਜਿਹੜਾ ਬੰਦਾ ਉੱਥੇ ਰੈਗੂਲਰ ਲੱਗਿਆ ਹੋਇਆ ਉਹਦੀ ਤਨਖਾਹ 50,000 ਤੋਂ ਸ਼ੁਰੂ ਹੁੰਦੀ ਹੈ ਜੀ, ਬਿਲਕੁਲ। ਤਾਂ ਉੱਥੇ ਤੁਸੀਂ ਇਹ ਜਿਹੜੀ ਮਤਲਬ ਇਹ ਜਿਹੜਾ ਪਾੜਾ ਇਹਨੂੰ ਤੁਸੀਂ ਕਿਵੇਂ ਦੂਰ ਕਰੋਗੇ? ਇਸ ਦੀ ਕੋਈ ਨੀਤੀ ਨਹੀਂ ਸਰਕਾਰ ਵੱਲੋਂ ਬਣਾਈ ਗਈ। ਪਹਿਲੀ ਗੱਲ ਤਾਂ ਇਹ ਹੈਗੀ ਹੈ, ਇੱਕ ਹੋਰ ਹੈ, ਤੁਸੀਂ ਪਹਿਲਾਂ ਇਹ ਨੀਤੀ ਬਣਾਓ ਕਿ ਕਿਸੇ ਨੂੰ ਵੀ ਆਰਜੀ ਤੌਰ ਤੇ ਜਾਂ ਕੰਟਰੈਕਟ ਬੇਸ ਤੇ ਨਹੀਂ ਰੱਖਿਆ ਜਾਏਗਾ ਜੀ। ਪਹਿਲਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਵੀ ਔਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਅਸਾਮੀਆਂ ਕੱਢੀਆਂ ਜਾਂਦੀਆਂ ਰਹੀਆਂ ਉਹ ਪਰਮਾਨੈਂਟ ਬੇਸਿਸ ਤੇ ਹੁੰਦੀਆਂ ਸੀ। ਲੈਕਚਰਰ ਦੀਆਂ ਅਸਾਮੀਆਂ, ਪ੍ਰਿੰਸੀਪਲ ਦੀਆਂ ਅਸਾਮੀਆਂ, ਇਹ ਸਾਰੀਆਂ ਕੱਢੀ ਜਾਂਦੀ ਰੈਗੂਲਰ ਬੇਸ ਤੇ, ਪਰ ਉਹ ਹੌਲੀ ਹੌਲੀ ਜਿਹੜਾ ਉਹ ਸੀਗਾ ਜਿਹੜੀ ਉਹ ਮਤਲਬ ਕਵਾਇਦ ਸੀ ਉਹ ਖਤਮ ਕਰ ਦਿੱਤੀ ਗਈ। ਫਿਰ ਇਹ ਹੋਣ ਲੱਗ ਗਿਆ ਕਿ ਪਬਲਿਕ ਸਰਵਿਸ ਕਮਿਸ਼ਨ ਵਿੱਚ ਵੀ ਜਦੋਂ ਅਸਾਮੀਆਂ ਕੱਢੀਆਂ ਜਾਂਦੀਆਂ ਤੁਸੀਂ ਵੇਖਿਆ ਹੋਣਾ ਉੱਥੇ ਕਿੰਨੀ ਰਿਸ਼ਵਤ ਚੱਲਦੀ ਹੈ, ਕਿੰਨੀ ਰਿਸ਼ਵਤਖੋਰੀ ਹੋਈ। ਉਹ ਸਿੱਧੂ ਸਾਹਿਬ ਜਿਹੜੇ ਫੜੇ ਗਏ ਸੀ ਜਿਨ੍ਹਾਂ ਦੀਆਂ ਅਲਮਾਰੀਆਂ ਦੇ ਵਿੱਚੋਂ ਕਰੋੜਾਂ ਰੁਪਇਆ ਨਿਕਲਿਆ ਸੀਗਾ, ਉਹਨਾਂ ਨੇ ਕਿੰਨੇ ਲੱਖਾਂ ਲੈ ਕੇ ਮਤਲਬ ਭਰਤੀ ਕੀਤੇ। ਗੱਲ ਇਹ ਹੈ ਕਿ ਸਿਸਟਮ ਨੂੰ ਬਦਲਣ ਵਾਸਤੇ ਜਿਹੜਾ ਭ੍ਰਿਸ਼ਟਾਚਾਰ ਦਾ ਜਾਲ ਹੈ ਦਲਦਲ ਖਤਮ ਹੋਣੀ ਚਾਹੀਦੀ ਹੈ। ਜਿੰਨੀ ਦੇਰ ਤੱਕ ਇਹ ਨਹੀਂ ਹੁੰਦੀ ਖਤਮ, ਉਨੀ ਦੇਰ ਤੱਕ ਤੁਸੀਂ ਜਿਹੜੀ ਮਰਜ਼ੀ ਨੀਤੀ ਬਣਾ ਲਓ, ਲੱਗਣਗੇ ਉਹੀ ਜਿਨ੍ਹਾਂ ਦੀ ਕੋਈ ਅਪਰੋਚ ਹੋਊਗੀ ਜਾਂ ਜਿਨ੍ਹਾਂ ਦੀਆਂ ਜੇਬਾਂ 'ਚ ਪੈਸਾ ਹੋਊਗਾ, ਬੈਕਡੋਰ ਐਂਟਰੀਆਂ 'ਚ ਹੋਣਗੀਆਂ। ਹੁਣ ਤੁਸੀਂ ਦੇਖਿਆ ਹੋਣਾ ਕਿ ਕਈ ਮੰਤਰੀਆਂ ਦੇ ਮੁੰਡਿਆਂ ਨੂੰ ਪਹਿਲ ਦੇ ਆਧਾਰ ਤੇ ਕੈਪਟਨ ਸਰਕਾਰ ਵੇਲੇ ਵੀ ਨੌਕਰੀਆਂ ਦਿੱਤੀਆਂ ਗਈਆਂ ਹਨਾ, ਔਰ ਹਰ ਸਰਕਾਰ ਜਿਹੜੀ ਹੁੰਦੀ ਹੈ ਉਹ ਮੰਤਰੀਆਂ ਦੇ ਮੁੰਡਿਆਂ ਨੂੰ ਜਾਂ ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਦੀ ਪਹੁੰਚ ਹੁੰਦੀ ਹੈ ਰਾਜਸੀ ਤੌਰ ਤੇ ਉਹਨਾਂ ਨੂੰ ਅੱਗੇ ਲਿਆ ਕੇ ਉਹਨਾਂ ਨੂੰ ਵੱਡੀਆਂ ਵੱਡੀਆਂ ਮਤਲਬ ਅਸਾਮੀਆਂ ਦੇ ਲਾ ਕੇ ਕਿਸੇ ਨੂੰ ਤਹਿਸੀਲਦਾਰ ਭਰਤੀ ਕਰਤਾ, ਕਿਸੇ ਨੂੰ ਪੁਲਿਸ ਇੰਸਪੈਕਟਰ ਭਰਤੀ ਕਰਤਾ, ਤਾਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ। ਸੋ ਇਹ ਗੱਲਾਂ ਤਾਂ ਠੀਕ ਨੇ, ਪਰ ਇਹ ਗੱਲਾਂ ਉਨੀ ਦੇਰ ਤੱਕ ਨਹੀਂ ਹੋ ਸਕਦੀਆਂ ਜਿੰਨੀ ਦੇਰ ਤੱਕ ਉਹ ਸਰਕਾਰ ਹੋਂਦ 'ਚ ਨਹੀਂ ਆਉਂਦੀ ਜਿਹੜੀ ਇਹਨਾਂ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਨੂੰ ਨੌਜਵਾਨਾਂ ਦੀਆਂ ਨੂੰ ਸਮਝਦੀ ਹੈ ਔਰ ਉਹਦੇ ਕੋਲ ਇੱਛਾ ਸ਼ਕਤੀ ਹੈ ਇਹਨਾਂ ਨੂੰ ਪੂਰਾ ਕਰਨ ਦੀ ਤੇ ਇਹ ਮੰਗਾਂ ਨੂੰ। ਤਾਂ ਨਹੀਂ ਤਾਂ ਸਿਰਫ ਸਾਰਾ ਦਾਰਮਦਾਰ ਇਸ ਗੱਲ ਤੇ ਹੁੰਦਾ ਹੈ ਕਿ ਸੱਤਾ ਹਥਿਆਰੀਏ ਜੀ, ਬਿਲਕੁਲ, ਪੁਸ਼ਤਾਂ ਦੀਆਂ ਰੋਟੀਆਂ ਕਮਾ ਲਈਏ। ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਹਰ ਤਰ੍ਹਾਂ ਦੀ ਜਿਹੜੀ ਮੰਗ ਹੈ ਸਰਕਾਰ ਜਿਹੜੀ ਮੰਨੇ ਨਾ ਮੰਨੇ ਇਹ ਹਾਲਾਤਾਂ ਦੇ ਉੱਤੇ ਵੀ ਨਿਰਭਰ ਕਰਦਾ ਹੈ। ਪਰ ਵੱਡੀ ਗੱਲ ਤੇ ਇਹ ਆ ਜਾਂਦੀ ਹੈ ਨਾ ਕਿ ਇਹਨਾਂ ਸਾਰੀਆਂ ਮੰਗਾਂ ਦਾ ਜਿਹੜਾ ਧਿਆਨ ਹੈ ਹਜੇ ਤੱਕ ਉਦਾਂ ਵੀ ਕਿਸੇ ਪਾਰਟੀ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਨਹੀਂ ਆਈਆਂ ਕਿਉਂਕਿ ਉਹ ਮੁਸ਼ਕਲ ਨੂੰ ਹੱਲ ਕਰਨਾ ਚਾਹੁੰਦੇ ਹੀ ਨਹੀਂ। ਉਹ ਤਾਂ ਸਿਰਫ ਮੁਸ਼ਕਲਾਂ ਵਧਾ ਕੇ ਦਿਖਾ ਕੇ ਤੇ ਸਿਰਫ ਆਪਣੀ ਜਿਹੜੀ ਹੈ ਵੋਟਾਂ ਹਥਿਆਉਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਨੇ। ਸ਼ੀਤਲ, ਹਰ ਇੱਕ ਪਾਰਟੀ ਦੇ ਮੈਨੀਫੈਸਟੋ 'ਚ ਸਰੇ ਫਹਿਰਿਸ਼ਤ ਪਹਿਲੀ ਗੱਲ ਕੀ ਹੋਣੀ ਚਾਹੀਦੀ ਹੈ ਕਿ ਅਸੀਂ ਬੇਰੁਜ਼ਗਾਰੀ ਖਤਮ ਕਰਾਂਗੇ ਜੀ, ਬਿਲਕੁਲ, ਔਰ ਅਸੀਂ ਨਸ਼ੇ ਖਤਮ ਕਰਾਂਗੇ, ਅਸੀਂ ਨੌਜਵਾਨੀ ਦਾ ਪਲਾਇਨ ਰੋਕਾਂਗੇ। ਠੀਕ, ਹੁਣ ਮੈਨੂੰ ਕੋਈ ਗੱਲ ਦੱਸੋ, ਜਿਹੜੇ ਸਿਆਸਤਦਾਨ ਹੁੰਦੇ ਨੇ ਨਾ ਇਹ ਬੜੇ ਫਰੇਬੀ ਕਿਸਮ ਦੇ ਤੇ ਕਰੋਨਿਕ ਲਾਇਰਸ ਕਹਿਣਾ ਮੈਂ ਇਹਨਾਂ ਨੂੰ ਜੀ, ਮਤਲਬ ਜਿਵੇਂ ਕਹ ਲਓ ਜਮਾਂਦਰੂ ਝੂਠੇ ਹੁੰਦੇ ਨੇ। ਹੁਣ ਤੁਸੀਂ ਦੱਸੋ ਕਿ ਅਰਵਿੰਦ ਕੇਜਰੀਵਾਲ ਇੱਥੇ ਆ ਕੇ ਕਹਿੰਦਾ ਹੈ ਕਿ ਅਸੀਂ 5 ਲੱਖ ਮਤਲਬ ਨੌਜਵਾਨਾਂ ਨੂੰ ਜਾਂ ਫਲਾਣੇ ਇੰਨੇ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ ਜੋ ਕਰਾਂਗੇ, ਜਾਂ ਅਸੀਂ ਉਹਨਾਂ ਨੂੰ ਬਾਹਰ ਜਾਣ ਤੋਂ ਰੋਕਾਂਗੇ, ਜਾਂ ਅਸੀਂ ਉਹਨਾਂ ਨੂੰ ਪੜ੍ਹਨ ਵਾਸਤੇ ਬਾਹਰ ਭੇਜਾਂਗੇ। ਪਰ ਕੀ ਉਹਦੇ ਕੋਲੇ ਐਸੇ ਆંકੜੇ ਹਨ ਕਿ ਦਿੱਲੀ 'ਚ ਉਹਨੇ ਕੀ ਕੀਤਾ ਇਸ ਸੰਬੰਧ ਵਿੱਚ? ਨਹੀਂ। ਕਹਿਣਾ ਬੜਾ ਸੌਖਾ ਹੁੰਦਾ, ਮੁੱਦੇ ਖੜੇ ਕਰ ਲਏ ਜਾਂਦੇ ਨੇ ਔਰ ਉਹਨਾਂ ਮੁੱਦਿਆਂ ਨੂੰ ਪੂਰਾ ਕਰਨ ਵਾਸਤੇ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਨੇ। ਜਦੋਂ ਸਰਕਾਰਾਂ ਬਣ ਜਾਂਦੀਆਂ ਫਿਰ ਕੋਈ ਕਿਸੇ ਨੂੰ ਨਹੀਂ ਪੁੱਛਦਾ। ਬਿਲਕੁਲ, ਪੰਜਾਬ ਦੀ ਨੌਜਵਾਨੀ ਵੱਡੇ ਪੱਧਰ ਤੇ ਬਾਹਰ ਪਲਾਇਨ ਕਰ ਰਹੀ ਹੈ। ਇਸ ਨੂੰ ਰੋਕਣ ਵਾਸਤੇ ਕਿਸੇ ਕੋਲੇ ਕੋਈ ਰੋਡ ਮੈਪ ਨਹੀਂ ਹੈ, ਬਿਲਕੁਲ ਨਹੀਂ ਹੈ ਵੀ ਕਿਵੇਂ ਰੋਕਾਂਗੇ ਅਸੀਂ। ਤੁਸੀਂ ਕੀ ਇਸ ਤਰ੍ਹਾਂ ਦੀ ਕੋਈ ਵਿਵਸਥਾ ਕਰੋਗੇ ਕਿ ਜਦੋਂ ਕੋਈ ਬੱਚਾ ਕੋਈ ਕਿੱਤਾ ਮੁਖੀ ਐਜੂਕੇਸ਼ਨ ਮਤਲਬ ਕਰਦਾ ਹੈ, ਪੂਰੀ ਕਰਦਾ ਉਹ ਜੀ, ਤਾਂ ਉਹਨੂੰ ਤੁਸੀਂ
ਰੋਜ਼ਗਾਰ ਦਓਗੇ ਔਰ ਰੋਜ਼ਗਾਰ ਦੇਣ ਦੀ ਤੁਸੀਂ ਗਾਰੰਟੀ ਦੋਗੇ ਜੀ। ਬਿਲਕੁਲ, ਇਸ ਤਰ੍ਹਾਂ ਦਾ ਕੋਈ ਵਾਅਦਾ ਨਹੀਂ ਕਰਦਾ। ਠੀਕ, ਜਦੋਂ ਸਰਕਾਰ ਬਣ ਜਾਂਦੀ ਹੈ ਫਿਰ ਸਾਰੇ ਜਿੰਨੇ ਵੀ ਐਲਾਨ ਹੁੰਦੇ ਆ ਖੂਹ ਖਾਤੇ 'ਚ ਪਾ ਦਿੱਤੇ ਜਾਂਦੇ ਜੀ। ਸਰਕਾਰਾਂ ਬਣਦੀਆਂ ਰਹੀਆਂ, ਸਰਕਾਰਾਂ ਟੁੱਟਦੀਆਂ ਰਹੀਆਂ, ਪਰ ਇਹ ਨੌਬਤ ਕਿਉਂ ਆਈ ਕਿ ਇੰਨੇ ਵੱਡੇ ਪੱਧਰ ਤੇ ਪੰਜਾਬ ਦੀ ਨੌਜਵਾਨੀ ਬਾਹਰ ਪਲਾਇਨ ਕਰ ਗਈ ਔਰ ਹੁਣ ਵੀ ਉਹਨੂੰ ਇਹ ਲੱਗਦਾ ਕਿ ਇਸ ਧਰਤੀ ਤੇ ਰਹਿ ਕੇ ਅਸੀਂ ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰਾਂਗੇ ਜੀ। ਬਾਹਰ ਜਾ ਕੇ ਅਸੀਂ ਭਾਵੇਂ ਕਿਸੇ ਪੈਟਰੋਲ ਪੰਪ ਤੇ ਲੱਗ ਜਾਈਏ, ਕਿਸੇ ਗਰੋਸਰੀ ਸ਼ਾਪ ਤੇ ਲੱਗ ਜਾਈਏ ਜਾਂ ਅਸੀਂ ਉੱਥੇ ਭਾਵੇਂ ਘਾਹ ਖੋਤਣ ਲੱਗ ਜਾਈਏ, ਪਰ ਅਸੀਂ ਇੰਨੇ ਕੁ ਪੈਸੇ ਜ਼ਰੂਰ ਬਣਾ ਲਾਂਗੇ ਕਿ ਸਾਨੂੰ ਰੋਟੀ ਵਾਸਤੇ ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਣਗੇ। ਸੋ ਇਹੀ ਇੱਕ ਸੋਚ ਜਿਹੜੀ ਡਿਵੈਲਪ ਹੋ ਚੁੱਕੀ ਹੈ ਔਰ ਉਧਰ ਦੀ ਵਿਵਸਥਾ ਹੈ ਸੀ। ਠੀਕ ਹੈ, ਲੋਕ ਕਿਉਂ ਜਾਂਦੇ ਨੇ ਬਾਹਰ? ਜੇ ਬਾਹਰ ਮੰਨਿਆ ਕਿ ਉੱਥੇ ਤੁਹਾਨੂੰ ਕੰਮ ਦਾ ਮਤਲਬ ਕੰਮ ਹੈ, ਕਰਨਾ ਪੈਣਾ ਔਰ ਤੁਹਾਨੂੰ ਆਪਣੀਆਂ ਸਾਰੀਆਂ ਸੁੱਖ ਸਹੂਲਤਾਂ ਹਾਸਲ ਕਰਨ ਲਈ 2 ਦਹਾਕੇ ਲੱਗ ਜਾਣਗੇ, 20 ਸਾਲ ਲੱਗ ਜਾਣਗੇ, ਤੁਹਾਨੂੰ ਬਹੁਤ ਦੇਰ ਤੱਕ ਬੇਸਮੈਂਟ 'ਚ ਰਹਿਣਾ ਪੈਣਾ, ਤੁਹਾਨੂੰ ਹਸਬੈਂਡ ਵਾਈਫ ਨੂੰ ਕੰਮ ਕਰਨਾ ਪੈਣਾ ਔਰ ਕੰਮ ਦੇ ਵੀ ਘੰਟੇ ਤੁਹਾਨੂੰ ਬਹੁਤ ਵਧਾ ਕੇ ਕਰਨਾ ਪੈਣਾ ਹੈ ਨਾ। ਹੁਣ ਉਹ ਸਾਰੀਆਂ ਗੱਲਾਂ ਨੇ, ਪਰ ਗੱਲ ਇਹ ਹੈ ਕਿ ਉਸ ਤੋਂ ਬਾਅਦ ਇਸ ਗੱਲ ਦੀ ਗਾਰੰਟੀ ਤਾਂ ਹੈ ਨਾ ਕਿ ਤੁਹਾਡਾ ਘਰ ਬਣੇਗਾ। ਕਰਨ ਤੋਂ ਬਾਅਦ ਆਖਰਕਾਰ ਇਹ ਤਾਂ ਪਤਾ ਨਾ ਕਿ ਸਾਡਾ ਘਰ-ਬਾਰ ਬਣ ਜਾਏਗਾ। ਇੱਥੇ ਤਾਂ ਇਹ ਹੀ ਨਹੀਂ ਪਤਾ ਨਾ ਕਿ ਤੁਸੀਂ ਕੋਈ ਰੋਜ਼ਗਾਰ ਹਾਸਲ ਕਰ ਸਕੋਗੇ ਜਾਂ ਨਹੀਂ, ਜਾਂ ਜਿਹੜਾ ਵੀ ਰੋਜ਼ਗਾਰ ਤੁਹਾਡੇ ਕੋਲ ਹੈਗਾ ਉਹ ਸਟੇਬਲ ਵੀ ਹੈ ਜਾਂ ਨਹੀਂ ਹੈ ਜੀ। ਕਿਉਂਕਿ ਜਦੋਂ ਤੁਸੀਂ ਕੋਈ ਬੰਦਾ ਤੁਹਾਨੂੰ ਕੰਟਰੈਕਟ ਤੇ ਰੱਖ ਰਿਹਾ ਹੈ, ਤੁਹਾਡੇ ਸਿਰ ਤੇ ਤਾਂ ਸਦਾ ਤਲਵਾਰ ਲਟਕਦੀ ਹੈ, ਕੱਲ ਨੂੰ ਕਹੂਗਾ ਜਾ ਭਾਈ। ਬਿਲਕੁਲ। ਹੁਣ ਤੁਸੀਂ ਵੇਖੋ ਕਿ ਦੂਰਦਰਸ਼ਨ ਦੇ ਵਿੱਚ ਮਿਨਿਸਟਰੀ ਆਫ I&B ਦੇ ਵਿੱਚ, ਜਿਹਦੇ ਨਾਲ ਮੇਰਾ ਤਾਲੁਕ ਰਿਹਾ ਹੈ, ਉਹਦੇ ਵਿੱਚ ਇੱਕ ਸਮਾਂ ਸੀਗਾ ਜਦੋਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਪ੍ਰੋਗਰਾਮ ਐਗਜ਼ੀਕਿਊਟਿਵ ਦੀਆਂ ਜੌਬ ਕੱਢੀਆਂ, ਉਹਨਾਂ ਨੇ ਅਸਿਸਟੈਂਟ ਸਟੇਸ਼ਨ ਡਾਇਰੈਕਟਰਸ ਦੀਆਂ ਕੱਢੀਆਂ, ਡਿਪਟੀ ਡਾਇਰੈਕਟਰਸ ਦੀਆਂ ਕੱਢੀਆਂ, ਡਾਇਰੈਕਟਰਸ ਦੀਆਂ ਕੱਢੀਆਂ, ਪਰਮਾਨੈਂਟ ਨੌਕਰੀਆਂ। ਤਾਂ ਉਸ ਵੇਲੇ ਮੈਂ ਵੀ ਉਸ ਮਤਲਬ ਕੰਪੀਟੀਸ਼ਨ 'ਚ ਅਪੀਅਰ ਹੋਇਆ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ 'ਚ ਮੇਰੀ ਗਜ਼ਟਡ ਪੋਸਟ ਤੇ ਸਿਲੈਕਸ਼ਨ ਹੋਈ। ਪਰ ਹੋਇਆ ਕਿ ਉਸ ਤੋਂ ਬਾਅਦ ਹੌਲੀ ਉਹ ਕੰਮ ਖਤਮ ਹੋ ਗਿਆ। ਹੁਣ ਜਿਹੜੇ ਭਰਤੀ ਕੀਤੇ ਜਾ ਰਹੇ ਨੇ ਪ੍ਰੋਗਰਾਮ ਐਗਜ਼ੀਕਿਊਟਿਵ, ਉਹ ਡੈਜ਼ਿਗਨੇਸ਼ਨ ਤਾਂ ਉਹੀ ਹੈ ਪਰ ਤਨਖਾਹ ਉਹਨਾਂ ਨੂੰ ਉੱਕਾ ਪੁੱਕੀ ਮਿਲਣੀ ਹੈ। ਉਹਨਾਂ ਨੂੰ ਕੋਈ ਮਤਲਬ ਇਸ ਤਰ੍ਹਾਂ ਨਹੀਂ, ਕੋਈ ਗਰੰਟੀ ਨਹੀਂ ਗਈ ਮਤਲਬ ਕਿ ਜਿਵੇਂ ਸਾਨੂੰ ਪ੍ਰੋਵੀਡੈਂਟ ਫੰਡ ਵਗੈਰਾ ਜਾਂ ਰਿਟਾਇਰਮੈਂਟ ਤੇ ਜਿਹੜਾ ਹੈ ਉਹ ਤੁਹਾਨੂੰ ਪੈਨਸ਼ਨ ਮਿਲਦੀ ਹੈ, ਇਹੋ ਜਿਹੀ ਕੋਈ ਨਹੀਂ, ਸਾਰੀ ਵਿਵਸਥਾ ਖਤਮ ਕਰਤੀ। ਹਿੰਦੁਸਤਾਨ ਵਿੱਚ ਕੋਈ ਪੈਨਸ਼ਨ ਵਾਲੀ ਜੌਬ ਨਹੀਂ ਰਹੀ, ਭਾਵੇਂ ਉਹ IAS ਹੈ, ਭਾਵੇਂ ਉਹ IPS ਹੈ, ਭਾਵੇਂ ਉਹ IFS ਹੈ, ਜੋ ਮਰਜ਼ੀ ਹੈ, ਭਾਵੇਂ ਉਹ ਰਾਈਟ ਨਾਲ ਤਾਲੁਕ ਰੱਖਦਾ, ਭਾਵੇਂ ਉਹ ਮਤਲਬ ਪ੍ਰੋਪਰ IAS ਹੈ। ਉੱਥੇ ਤੁਹਾਨੂੰ ਆਪਣਾ ਹੀ ਪ੍ਰੋਵੀਡੈਂਟ ਫੰਡ ਜਿਹੜਾ ਹੈ PPF ਆਪਣਾ ਹੀ ਤੁਹਾਨੂੰ ਬਣਾਉਣਾ ਪੈਣਾ ਜੀ। ਬਿਲਕੁਲ, ਔਰ ਬੈਂਕ ਦੇ ਵਿੱਚ ਤੁਹਾਨੂੰ ਆਪਣਾ ਖਾਤਾ ਖੁਲਾ ਕੇ ਉੱਥੇ ਪੈਸੇ ਜਮ੍ਹਾਂ ਕਰਾਉਣੇ ਪੈਣੇ। ਇਹ ਆਈ ਥਿੰਕ 2008-9 ਦੇ ਆਸ-ਪਾਸ ਇਹ ਰੂਲ ਆ ਗਿਆ ਸੀ ਜੀ। ਹੁਣ ਗੱਲ ਇਹ ਹੈ ਕਿ ਜਦੋਂ ਸਰਕਾਰ ਹੈ ਜਿਹੜੀ, ਉਹਦੀ ਮਤਲਬ ਕਹਿ ਲਓ ਨੀਤੀ ਇਹ ਹੈ ਕਿ ਕੋਈ ਵੀ ਜਿਹੜਾ ਅਦਾਰਾ ਹੈ ਉਹ ਕਿਸੇ ਨੂੰ ਮਤਲਬ ਲਾਈਫ ਲੌਂਗ ਸਿਕਿਉਰਿਟੀ ਨਹੀਂ ਦੇਗਾ। ਠੀਕ ਹੈ, ਤੁਸੀਂ ਇਸ ਤਰ੍ਹਾਂ ਦੀ ਵਿਵਸਥਾ ਕਾਇਮ ਕਰ ਦਿਓ ਕਿ ਤੁਹਾਨੂੰ ਰੱਖ ਲਿਆ ਕੰਡੀਸ਼ਨ ਤੇ ਕਿ ਕੰਮ ਕਰੋਗੇ, ਤਨਖਾਹ ਮਿਲੂਗੀ। ਜਿੱਦਣ ਤੁਹਾਡੀ ਮਤਲਬ CR ਦੇ ਵਿੱਚ 4-5 ਮਤਲਬ ਨੋਟ ਨੈਗੇਟਿਵ ਆ ਗਏ ਤਾਂ ਉਦੋਂ ਹੀ ਤੁਹਾਨੂੰ ਕਹਿਣਾ ਜਾ ਤੇ ਹੋਰ ਲਿਆਵਾਂਗੇ। ਮਤਲਬ ਇਸ ਤਰ੍ਹਾਂ ਦੀ ਗੱਲ ਹੈ, ਵਿਵਸਥਾ ਹੋ ਚੁੱਕੀ ਹੈ। ਤਾਂ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਤੇ ਕੰਮ ਕਰਨ ਦੀ ਜ਼ਰੂਰਤ ਹੈ। ਬੱਚਿਆਂ ਨੂੰ ਜਿਹੜੇ ਪੜ੍ਹਦੇ ਨੇ ਉਹਨਾਂ ਦੀਆਂ ਫੀਸਾਂ ਘੱਟ ਹੋਣੀਆਂ ਚਾਹੀਦੀਆਂ ਨੇ। ਕਿੱਤਾ ਮੁਖੀ ਅਦਾਰਿਆਂ ਦੇ ਵਿੱਚ ਜਿਹੜੇ ਗਰੀਬ ਬੱਚੇ ਨੇ ਉਹ ਮੁਫਤ ਪੜ੍ਹਾਈ ਦੇ ਹੱਕਦਾਰ ਨੇ ਜੀ। ਬਿਲਕੁਲ ਠੀਕ ਹੈ। ਔਰ ਯੋਗਤਾ ਜਿਹੜੀ ਹੈ ਉਹ ਤੁਸੀਂ SC BC ਜਾਂ ਜਨਰਲ ਕੈਟੇਗਰੀ ਦੇ ਵਿੱਚ ਨਾ ਵੰਡੋ। ਜੇ ਇੱਕ ਵਿਅਕਤੀ ਯੋਗਤਾ ਰੱਖਦਾ ਹੈ, ਹੁਣ ਤੁਸੀਂ ਦੇਖੋ ਕਿ UPSC ਦੇ ਐਗਜ਼ਾਮ ਦੇ ਵਿੱਚ, ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਤੁਸੀਂ ਸਿਵਲ ਸਰਵਿਸਿਜ਼ ਦੇ ਤੁਸੀਂ ਤਾਂ ਲੈਣੇ ਹੋ ਮਤਲਬ 45 ਨੰਬਰ ਜਾਂ 50 ਨੰਬਰ, ਤਾਂ ਤੁਸੀਂ ਫੇਰ ਨਹੀਂ ਆਉਂਦੇ। ਜਿਹੜਾ 35 ਵਾਲਾ ਉਹ ਅੱਗੇ ਆ ਤੁਹਾਡੇ ਤੋਂ ਜੀ। ਬਿਲਕੁਲ, ਤਾਂ ਇਹ ਜਿਹੜਾ ਵਿਤਕਰਾ ਇਹ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੈਗੀ ਹੈ ਉਹੀ ਤੁਹਾਡਾ ਇੱਕੋ ਇੱਕ ਮਾਪਦੰਡ ਹੋਣਾ ਚਾਹੀਦਾ। ਔਰ ਤੁਹਾਨੂੰ ਇੱਕ ਜਗ੍ਹਾ ਤੇ ਜਾ ਕੇ ਇਸ ਤਰ੍ਹਾਂ, ਠੀਕ ਹੈ, ਜਿਹੜੇ ਗਰੀਬ ਨੇ ਉਹਨਾਂ ਨੂੰ ਤੁਸੀਂ ਹੋਰ ਤਰ੍ਹਾਂ ਦੀਆਂ ਰਾਇਤਾਂ ਦੇ ਸਕਦੇ ਹੋ, ਮਤਲਬ ਤੁਸੀਂ ਉਹਨਾਂ ਦੀ ਪੜ੍ਹਾਈ ਮੁਫਤ ਕਰ ਦਿਓ, ਪਰ ਕੰਪੀਟੀਸ਼ਨ ਦੇ ਵਿੱਚ ਸਾਰੇ ਯਕਸਾਂ ਹੋਣੇ ਚਾਹੀਦੇ, ਬਰਾਬਰ ਹੋਣੇ ਚਾਹੀਦੇ। ਬਿਲਕੁਲ। ਇਹਦੇ ਨਾਲ ਹੀ ਸਿਰਫ ਗੱਲ ਕਰਦੇ ਹਾਂ ਅਗਲੇ ਮੁੱਦੇ ਦੀ। ਸਾਡਾ ਅਗਲਾ ਮੁੱਦਾ ਸਿੱਖ ਜਥੇਬੰਦੀਆਂ ਦੇ ਵੱਲੋਂ ਕੇਜਰੀਵਾਲ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ। ਕਾਰਨ ਇਹ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਵਿੱਚ ਕਿਹਾ ਜਾਂਦਾ ਹੈ ਕਿ ਕੇਜਰੀਵਾਲ ਸਾਹਿਬ ਜਿਹੜੇ ਨੇ ਉਹ ਕਾਫੀ ਅੜਿੱਕਾ ਬਣੇ ਨੇ। ਉਹਨਾਂ ਨੇ ਇਹ ਕਿਹਾ ਕਿ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਰਣਜੀਤ ਸਿੰਘ ਨੇ ਕਿਹਾ ਕਿ ਕੇਜਰੀਵਾਲ ਦੇ ਵੱਲੋਂ ਸਿੱਖ ਬੰਦੀ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਸਹਿਮਤੀ ਨਹੀਂ ਦਿੱਤੀ ਗਈ ਤੇ ਫਾਈਲ ਦੇ ਉੱਤੇ ਦਸਤਖਤ ਨਹੀਂ ਕੀਤੇ ਗਏ। ਕੀ ਕਹੋਗੇ ਇਹਦੇ ਬਾਰੇ? ਦੇਖੋ, ਇੱਥੋਂ ਪਹਿਲੀ ਗੱਲ ਹੈ, ਪੰਜਾਬ ਦੇ ਬਹੁਤ ਸਾਰੇ ਲੋਕ ਨੇ ਜਿਹੜੇ
ਇਹ ਸਮਝ ਨਹੀਂ ਰਹੇ ਅਜੇ ਤੱਕ ਕਿ ਅਰਵਿੰਦ ਕੇਜਰੀਵਾਲ ਦੀ ਮਾਨਸਿਕਤਾ ਕੀ ਹੈ ਜੀ, ਉਹ ਕਿਸ ਤਰ੍ਹਾਂ ਸੋਚਦਾ। ਠੀਕ ਹੈ, ਪੰਜਾਬ ਬਾਰੇ ਉਹਦੇ ਵਿਚਾਰ ਕਿਸ ਤਰ੍ਹਾਂ ਦੇ ਨੇ, ਸਿੱਖਾਂ ਬਾਰੇ ਜਾਂ ਘੱਟ ਗਿਣਤੀਆਂ ਬਾਰੇ ਉਹਦੀ ਜ਼ਿਹਨੀਅਤ ਕਿਸ ਕਿਸਮ ਦੀ ਹੈ, ਇਹ ਪੰਜਾਬ ਦੇ ਲੋਕਾਂ ਨੂੰ ਅਜੇ ਸਮਝ ਨਹੀਂ ਆ ਰਹੀ ਗੱਲ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਖੁਦ ਕਹਿੰਦਾ ਹੈ ਕਿ ਅਸੀਂ ਜਮਾਂਦਰੂ ਜਨਸੰਘੀ ਹਾਂ। ਜੀ ਬਿਲਕੁਲ, ਉਹਦੀ ਤੁਸੀਂ ਵੀਡੀਓ ਵੇਖੀ ਹੋਣੀ ਹੈ। ਜੀ, ਉਹ ਕਹਿੰਦਾ ਅਸੀਂ, ਮੇਰੇ ਪਿਤਾ ਸੀ ਜਿਹੜੇ, ਉਹ ਕਿਉਂਕਿ ਜਨਸੰਘੀ ਸੀ। ਜਨਸੰਘ ਜਿਹੜਾ ਹੈ ਉਹ ਪਹਿਲਾ ਰੂਪ ਹੈ ਰਾਸ਼ਟਰੀ ਸਵੈਮ ਸੇਵਕ ਸੰਘ ਦਾ, ਔਰ ਇਹਦਾ ਮਤਲਬ ਇਹ, ਉਹ ਕਹਿੰਦਾ ਅਸੀਂ RSS ਨਾਲ ਜੁੜੇ ਹੋਏ ਹਾਂ, ਪਰਿਵਾਰਕ ਤੌਰ ਤੇ ਜੁੜੇ ਹੋਏ ਹਾਂ। ਮੇਰੇ ਪਿਤਾ ਜੀ ਨੇ ਐਮਰਜੈਂਸੀ ਵੇਲੇ ਮਤਲਬ ਗ੍ਰਿਫਤਾਰੀ ਵੀ ਦਿੱਤੀ ਸੀ। ਇੱਕ ਤਾਂ ਗੱਲ ਇਹ ਹੈ। ਔਰ ਫਿਰ ਤੁਸੀਂ ਇੱਕ ਦੇਖੋ, ਜਿਹੜੇ ਤਾਂ ਪੜ੍ਹੇ ਲਿਖੇ ਲੋਕ ਨੇ ਉਹ ਇਹ ਗੱਲ ਨੂੰ ਸਮਝ ਲੈਣਗੇ, ਪਰ ਜਿਹੜੇ ਅਨਪੜ੍ਹ ਜਿਵੇਂ ਕਹਿ ਲਓ ਭੌਂਦੂ ਨੇ, ਉਹਨਾਂ ਨੂੰ ਤੁਸੀਂ ਸਮਝਾਈ ਜਾਓ, ਉਹ ਐਸੇ ਮਤਲਬ ਗੁੰਬਦ ਨੇ, ਉਹਨਾਂ ਤੇ ਅਖਰੋਟ ਨਹੀਂ ਠਹਿਰਨਾ ਤੁਹਾਡੇ ਤਰਕ ਦਾ। ਜੀ ਠੀਕ ਹੈ, ਇਹ ਬੰਦਾ ਉਹ ਹੈ ਜਿਹਨੇ ਨਾਗਰਿਕਤਾ ਸੋਧ ਕਾਨੂੰਨ ਦੇ ਸੰਬੰਧ ਵਿੱਚ ਕਦੇ ਮੁਖਾਲਫਤ ਨਹੀਂ ਕੀਤੀ ਸਰਕਾਰ ਦੀ। ਇਹ ਕਦੇ ਸ਼ਾਹੀਨ ਬਾਗ ਦੇ ਵਿੱਚ ਲੱਗੇ ਮੋਰਚੇ ਦੇ ਵਿਰੋਧ 'ਚ ਨਹੀਂ ਖੜਾ ਹੋਇਆ ਜੀ, ਉਹਦੇ ਵਿਰੋਧ 'ਚ ਤਾਂ ਖੜਾ ਹੋਇਆ, ਉਹਦੇ ਹੱਕ 'ਚ ਖੜਾ ਨਹੀਂ ਹੋਇਆ। ਦੂਸਰਾ, ਇਸ ਬੰਦੇ ਨੇ ਧਾਰਾ 370 ਦੇ ਖਾਤਮੇ ਤੇ ਜਦੋਂ ਸਾਰੇ ਹਿੰਦੁਸਤਾਨ ਦੇ ਵਿੱਚ ਲੋਕ ਕਹਿ ਰਹੇ ਸੀਗੇ ਕਿ ਫੈਡਰਲਿਜ਼ਮ ਦੀ ਜਿਹੜੀ ਆਤਮਾ ਹੈ ਉਹਦੇ ਖਿਲਾਫ ਹੈ ਸਾਰਾ ਕੁਝ ਜੀ, ਠੀਕ, ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੰਡ ਦੇਣਾ ਸ਼੍ਰੀਨਗਰ ਨੂੰ, ਜੰਮੂ ਕਸ਼ਮੀਰ ਨੂੰ, ਇਹ ਇੱਕ ਤਰ੍ਹਾਂ ਦੀ ਬੇਇਨਸਾਫੀ ਹੈ ਜੀ, ਉਹਦੇ ਖਿਲਾਫ ਨਹੀਂ ਇਹ ਮਤਲਬ ਬੋਲਿਆ, ਉਸ ਫੈਸਲੇ ਦੇ ਖਿਲਾਫ। ਜਦੋਂ ਦਿੱਲੀ ਵਿੱਚ ਦੰਗੇ ਹੁੰਦੇ ਨੇ ਜੀ, ਇੱਕ ਫਿਰਕੇ ਨੂੰ ਨਿਸ਼ਾਨਾ ਬਣਾਇਆ ਜਾਂਦਾ, ਇਹ ਫੇਰ ਨਹੀਂ ਬੋਲਦਾ। ਬਿਲਕੁਲ, ਮੁਸਲਮਾਨ ਘੱਟ ਗਿਣਤੀ ਨੂੰ ਦੇ ਉੱਪਰ ਤਸ਼ੱਦਦ ਕੀਤਾ ਜਾਂਦਾ ਔਰ ਉਹਨਾਂ ਨੂੰ ਬੜੀਆਂ ਵੱਡੀਆਂ ਧਮਕੀਆਂ ਦਿੱਤੀਆਂ ਜਾਂਦੀਆਂ, ਉਹਨਾਂ ਦੀਆਂ ਮਾਵਾਂ ਭੈਣਾਂ ਦੇ ਖਿਲਾਫ ਜ਼ਹਿਰ ਉਗਲਿਆ ਜਾਂਦਾ ਜੀ, ਡਰਾਵੇ ਦਿੱਤੇ ਜਾਂਦੇ ਨੇ, ਪਾਕਿਸਤਾਨ ਜਾਣ ਵਾਸਤੇ ਨਿਹੋਰੇ ਮਾਰੇ ਜਾਂਦੇ ਨੇ, ਬੜਾ ਕੁਝ ਕੀਤਾ। ਇਹ ਬੰਦਾ ਸਮਝ ਲੈਣਾ ਚਾਹੀਦਾ ਹੈ ਕਿ ਇਹ ਭਾਜਪਾ ਦਾ ਹੀ ਇੱਕ ਅੰਗ ਹੈ ਔਰ ਇਹ ਹਮੇਸ਼ਾ ਉੱਥੇ ਜਾ ਕੇ ਚੋਣ ਲੜਦਾ ਜਿੱਥੇ ਕਾਂਗਰਸ ਨੂੰ ਸ਼ਿਕਸਤ ਦੇਣ ਦੀ ਜ਼ਮੀਨ ਤਿਆਰ ਹੋ ਰਹੀ ਹੁੰਦੀ ਹੈ ਜੀ, ਇਹ ਉਹਦੇ ਵਿੱਚ ਯੋਗਦਾਨ ਪਾਉਂਦਾ। ਇਹ ਕਦੇ ਵੀ ਉਸ ਥਾਂ ਤੇ ਜਾ ਕੇ ਚੋਣ ਨਹੀਂ ਲੜੇਗਾ ਜਿੱਥੇ ਸਰਕਾਰ ਭਾਜਪਾ ਦੀ ਹੈ ਜੀ, ਬਿਲਕੁਲ। ਔਰ ਇਹ ਭਾਜਪਾ ਦਾ ਇੱਕ ਤਰ੍ਹਾਂ ਨਾਲ ਗੁਲਾਮ ਹੈ, ਮੁਰੀਦ ਹੈ, ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਹੈ। ਔਰ ਕਦੇ ਵੀ ਇਹ ਸਿੱਖਾਂ ਦੇ ਹੱਕ 'ਚ ਭੁਗਤ ਨਹੀਂ ਸਕਦਾ, ਜਾਂ ਘੱਟ ਗਿਣਤੀ ਕੋਈ ਵੀ ਜਿਹੜੀ ਹਿੰਦੁਸਤਾਨ 'ਚ ਰਹਿੰਦੀ ਹੈ ਉਹਦੇ ਇਹ ਹੱਕ 'ਚ ਨਹੀਂ ਬੋਲ ਸਕਦਾ ਜੀ। ਇਹਦੀ ਉਹੀ ਨੀਤੀ ਤੇ ਰਣਨੀਤੀ ਹੈ ਜਿਹੜੀ ਭਾਜਪਾ ਦੀ ਹੈ, ਵੰਡੋ ਤੇ ਰਾਜ ਕਰੋ। ਇਹ ਬੰਦਾ ਅਜੀਬ ਛਲੀ ਹੈ। ਦਵਿੰਦਰ ਸਿੰਘ ਭੁੱਲਰ ਦੀ ਫਾਈਲ ਦੇ ਉੱਪਰ ਸਨ 2020 ਦੇ ਵਿੱਚ ਇਹਨੇ ਦਸਤਖਤ ਨਹੀਂ ਕੀਤੇ ਸੀ, ਮੋੜਤੀ ਸੀ। ਬਿਲਕੁਲ ਠੀਕ ਹੈ। ਹੁਣ ਇੱਥੋਂ ਪਤਾ ਲੱਗਦਾ ਹੈ ਕਿ ਬੰਦੇ ਦੀ ਜ਼ਹਿਨੀਅਤ ਕੀ ਹੈ, ਕਿਵੇਂ ਸੋਚਦਾ ਹੈ। ਇਹਨੇ ਕਿਹਾ ਸੀ ਕਿ ਇਹ ਮਤਲਬ ਜਿਹੜਾ ਹੈ ਮੇਰੇ ਕੋਲੇ ਭੇਜਿਆ ਗਿਆ, ਇਹ ਤੁਸੀਂ ਫਾਈਲ ਭੇਜੀ ਗਈ ਹੈ, ਇਹ ਜਿਹੜਾ ਮੁੱਦਾ ਹੈ ਇਹ ਇੱਕ ਤਰ੍ਹਾਂ ਨਾਲ ਇਤਰਾਜ਼ਯੋਗ ਹੈ ਔਰ ਇਹਦੇ ਨਾਲ ਕਈ ਕਿਸਮ ਦੀਆਂ ਮਤਲਬ ਜਿਹੜੀਆਂ ਮਿਸਅੰਡਰਸਟੈਂਡਿੰਗਸ ਕ੍ਰੀਏਟ ਹੋ ਸਕਦੀਆਂ ਨੇ ਔਰ ਮਾਸ਼ਰੇ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਮਤਲਬ ਮਾੜੇ ਪ੍ਰਭਾਵ ਪੈ ਸਕਦੇ ਨੇ। ਇਸ ਤਰ੍ਹਾਂ ਦੀ ਗੋਲ-ਮੋਲ ਗੱਲਾਂ ਕਰਕੇ ਨੇ ਫਾਈਲ ਵਾਪਸ ਮੋੜਤੀ। ਹੁਣ ਲੋਕ ਪੁੱਛਦੇ ਨੇ, ਜਦੋਂ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਪਿਆ ਹੋਇਆ ਔਰ ਹਰ ਦਾਨਿਸ਼ਮੰਦ ਵਿਅਕਤੀ ਪੁੱਛਦਾ ਵੀ ਯਾਰ ਜਿਹੜਾ ਬੰਦਾ ਇੰਨੇ ਸਾਲ ਤੋਂ ਜੇਲ੍ਹ ਵਿੱਚ ਆ ਔਰ ਦੀ ਮਾਨਸਿਕ ਹਾਲਤ ਵੀ ਠੀਕ ਨਹੀਂ, ਉਹਨੂੰ ਰਿਹਾ ਕਰਨ ਦੇ ਵਿੱਚ ਕੀ ਪ੍ਰੋਬਲਮ ਹੈ, ਤੇਰੇ ਸਿਰ ਤੇ ਬੰਬ ਡਿੱਗਦਾ ਠੀਕ, ਪਰ ਇਹ ਬੰਦਾ ਇੰਨਾ ਜ਼ਾਲਿਮ ਤੇ ਪੱਥਰ ਦਿਲ ਹੈ ਕਿ ਇਹ ਨਹੀਂ ਕਰੇਗਾ ਜੀ। ਔਰ ਇਹਦੇ ਜਿਹੜੇ ਲੋਕ ਹੱਕ 'ਚ ਗੱਲਾਂ ਕਰਦੇ ਨੇ ਉਹ ਕਹਿੰਦੇ ਇਹਦੇ ਕੋਲ ਤਾਂ ਇਹ ਅਧਿਕਾਰ ਹੀ ਨਹੀਂ। ਉਹ ਭਾਈ ਅਧਿਕਾਰ ਨਹੀਂ, ਇਹ ਮੁੱਖ ਮੰਤਰੀ ਦਾ ਹੈ ਨਾ ਜੀ, ਬਿਲਕੁਲ। ਔਰ ਇਹ ਆਪਣਾ ਫਰਜ਼ ਤਾਂ ਪੂਰਾ ਕਰੇ, ਅੱਗੇ ਜੋ ਹੋਊ ਦੇਖੀ ਜਾਓ ਜੀ। ਫਿਰ ਤਾਂ ਇਹ ਕਹਿ ਸਕਦੇ ਨਾ, ਜਦ ਤੂੰ ਖੁਦ ਹੀ ਦਸਤਖਤ ਕੀ ਨਹੀਂ ਕੀਤੇ ਤਾਂ ਗਵਰਨਰ ਕੋਲੇ ਫਾਈਲ ਜਾਏਗੀ, ਉਹ ਜੋ ਮਰਜ਼ੀ ਟਿੱਪਣੀ ਕਰੇ, ਦੈਟ ਇਜ਼ ਡਿਫਰੈਂਟ ਥਿੰਗ। ਫਿਰ ਇਸ ਮੁੱਦੇ ਦਾ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਚੋਣਾਂ ਦੇ ਉੱਤੇ ਕੋਈ ਅਸਰ ਪਏਗਾ? ਬਿਲਕੁਲ ਅਸਰ ਤਾਂ ਸਿੱਧਾ ਪੈ ਰਿਹਾ ਹੈ। ਦੇਖੋ ਅਸਰ ਬਹੁਤ ਭੰਤੀ ਅਸਰ ਪੈ ਰਿਹਾ। ਪਹਿਲੀ ਗੱਲ, ਇਹਨਾਂ ਦੇ ਆਪਣੇ ਆਗੂ ਹੀ ਕਹਿ ਰਹੇ ਨੇ ਕਿ ਟਿਕਟਾਂ ਪੈਸੇ ਲੈ ਕੇ ਵੇਚੀਆਂ ਗਈਆਂ ਜੀ, ਬਿਲਕੁਲ। ਔਰ ਉਹਨਾਂ ਨੇ ਇਹਨੂੰ ਚੈਲੰਜ ਕੀਤਾ ਵੀ ਤੂੰ ਐਂ ਕਰ, ਜਿਹੜੇ ਅਸੀਂ ਇਲਜ਼ਾਮ ਲਾ ਰਹੇ ਹਾਂ ਨਾ ਜਿਨ੍ਹਾਂ ਤੇ, ਉਹਨਾਂ ਦੇ ਨਾਰਕੋ ਟੈਸਟ ਕਰਵਾ ਲਾ ਤੇ ਸਾਡਾ ਵੀ ਕਰਵਾ ਲਾ ਤੇ ਸਾਡੇ ਨਾਲ ਆ ਕੇ ਗੱਲ ਕਰ। ਤੂੰ ਤਾਂ ਕਹਿਣਾ ਨਾ ਅਸੀਂ ਤੇਰੇ ਤੇ ਮਾਣਹਾਨੀ ਦਾ ਮੁਕੱਦਮਾ ਕਰਾਂਗੇ, ਕਰੋੜਾਂ 100 ਕਰੋੜ ਦਾ 100 ਕਰੋੜ ਦਾ, ਔਰ ਫਿਰ ਤੂੰ ਕਹਿਣਾ ਕਿ ਲਿਆਓ ਬੰਦੇ ਕਿਹੜੇ ਨੇ ਤੇ ਮੈਂ ਉਹਨਾਂ ਨੂੰ ਛੱਡਣਾ ਨਹੀਂ, ਫਲਾਨਾ ਤੇ ਮੁਕਾ। ਇਹ ਸਾਰੀ ਮਊ ਕਹਿੰਦੇ ਇੱਕ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਨੀਤੀ ਹੈ। ਪੈਸੇ ਲਏ ਜਾ ਰਹੇ ਨੇ ਔਰ ਆਗਬ ਚੱਡਾ ਪੈਸੇ ਲੈ ਰਿਹਾ, ਲੋਕ ਕਹਿ ਰਹੇ ਨੇ ਇਹ, ਔਰ ਕਰੋੜਾਂ ਰੁਪਏ ਲੈ ਲੈ ਕੇ ਟਿਕਟਾਂ ਦਿੱਤੀਆਂ ਜਾ ਰਹੀਆਂ। ਤੁਸੀਂ ਦੇਖੋ ਵੀ ਕੱਲ ਤੱਕ ਜਿਹੜਾ ਇੱਕ ਗੈਰ ਪਾਰਟੀ 'ਚ ਮੁੱਦਤਾਂ ਤੋਂ ਤੁਰਿਆ ਹੁੰਦਾ ਸੀ ਉਹ ਯਕਦਮ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਿਆ। ਮਤਲਬ ਕੱਲ ਰਾਤ ਦੇ 9 ਵਜੇ ਤੱਕ ਉਹ ਭਾਜਪਾਈ ਆ, ਅਕਾਲੀ ਹੈ ਜਾਂ ਕਾਂਗਰਸੀ ਹੈ।
ਤੇ ਅੱਜ ਸਵੇਰੇ 7 ਵਜੇ ਉਹ ਆਮ ਆਦਮੀ ਪਾਰਟੀ ਦੇ ਦਰ ਚੋਂ ਲੰਘ ਕੇ ਦੁੱਧ ਧੋਤਾ ਹੋ ਗਿਆ। ਠੀਕ, ਉਹਦੇ ਵਾਸਤੇ ਸਰਵੇਖਣ ਵੀ ਕਰਵਾ ਲਿਆ ਗਿਆ, ਉਹਦੇ ਬਾਰੇ ਪਤਾ ਵੀ ਲੱਗ ਗਿਆ। ਜਿਹੜੇ ਜੁੱਤੀਆਂ ਘਸਾਉਂਦੇ ਨੇ ਆਮ ਆਦਮੀ ਪਾਰਟੀ 'ਚ, ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਜੀ, ਬਿਲਕੁਲ ਉਹਨਾਂ ਨੇ ਰੌਲਾ ਪਾਇਆ। ਔਰ ਉਹਨਾਂ ਨੇ ਇਹਨਾਂ ਦੀ ਇਹ ਜਿਹੜੀ ਭ੍ਰਿਸ਼ਟਾਚਾਰ ਦੀ ਨੀਤੀ ਹੈ ਕਿ ਪੈਸੇ ਕਮਾ ਲਓ, ਸਰਕਾਰ ਬਣਦੀ ਹੈ ਨਾ ਬਣੇ ਜਾਵੇ ਠੱਠੇ ਖੂਹ 'ਚ, ਅਸੀਂ ਇਸ ਗੱਲ ਤੋਂ ਕੀ ਲੈਣਾ, ਸਾਡੀਆਂ ਜੇਬਾਂ ਭਰਨੀਆਂ ਚਾਹੀਦੀਆਂ ਨੇ। ਇੱਥੇ ਸਰ ਮੈਂ ਇੱਕ ਗੱਲ ਹੋਰ ਕਰੂੰਗੀ ਆਮ ਆਦਮੀ ਪਾਰਟੀ ਦੀ। ਅੱਜ 17 ਤਰੀਕ ਹੈ ਔਰ ਅੱਜ ਸ਼ਾਮ 5 ਵਜੇ ਤੱਕ ਜਿਹੜਾ ਇਹਨਾਂ ਦਾ ਇੱਕ ਨੰਬਰ ਹੈ, ਹੈਲਪਲਾਈਨ ਨੰਬਰ, ਜਿਹੜਾ ਕਿ ਅਰਵਿੰਦ ਕੇਜਰੀਵਾਲ ਨੇ ਜਾਰੀ ਕੀਤਾ ਸੀ ਕਿ 17 ਤਰੀਕ ਦੀ ਸ਼ਾਮ 5 ਵਜੇ ਤੱਕ ਤੁਸੀਂ ਇੱਥੇ ਕਾਲ ਕਰਕੇ ਸਾਨੂੰ ਦੱਸੋ ਕਿ ਅਸੀਂ ਕਿਸ ਵਿਅਕਤੀ ਨੂੰ ਮੁੱਖ ਮੰਤਰੀ ਦਾ ਜਿਹੜਾ ਨਾਮ ਐਲਾਨਾਂਗੇ। ਸੋ ਬਹੁਤ ਸਾਰੇ ਚੈਨਲਾਂ ਦੇ ਵੱਲੋਂ ਇੱਕ ਹੋਰ ਕੰਮ ਕੀਤਾ ਗਿਆ ਕਿ ਪਬਲਿਕ ਨੂੰ ਜਾ ਕੇ ਪੁੱਛਿਆ ਗਿਆ ਕਿ ਤੁਸੀਂ ਦੱਸੋ ਜੀ, ਤੁਸੀਂ ਕਾਲ ਕਰਕੇ ਕਿਹਦਾ ਨਾਮ ਲਾਓਗੇ। ਆਮ ਤੌਰ ਤੇ ਪਬਲਿਕ ਦੇ ਮੂੰਹੋਂ ਇੱਕੋ ਹੀ ਗੱਲ ਨਿਕਲੀ ਹੈ ਕਿ ਸਿਰਫ ਤੇ ਸਿਰਫ ਹੈ ਹੀ ਭਗਵੰਤ ਮਾਨ, ਹੋਰ ਤਾਂ ਕਿਸੇ ਦਾ ਚਿਹਰਾ ਉਹਨਾਂ ਨੇ ਐਲਾਨਿਆ ਹੀ ਨਹੀਂ, ਜਾਂ ਉਹਨਾਂ ਨੇ ABCD ਆਪਸ਼ਨ ਤਾਂ ਦਿੱਤੀ ਨਹੀਂ। ਸੋ ਜਿਹੜਾ ਵਿਅਕਤੀ ਹੈ ਅਸੀਂ ਉਹਨੂੰ ਹੀ ਕਾਲ ਕਰਾਂਗੇ। ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਤਰੀਕੇ ਦੇ ਨਾਲ ਭਗਵੰਤ ਮਾਨ ਨੂੰ ਪਛਾੜਨ ਦੇ ਵਾਸਤੇ ਕੇਜਰੀਵਾਲ ਸਾਹਿਬ ਨੇ ਇਹੋ ਜਿਹੀ ਇੱਕ ਪਾਲਿਸੀ ਜਾਰੀ ਕੀਤੀ ਹੈ? ਦੇਖੋ, ਇਹ ਅੱਜ ਹੀ ਪਤਾ ਲੱਗ ਜਾਏਗਾ ਜਾਂ ਸਵੇਰ ਤੱਕ ਪਤਾ ਲੱਗ ਜਾਏਗਾ। ਹੁਣ ਮੈਨੂੰ ਇੱਕ ਗੱਲ ਦੱਸੋ ਤੁਸੀਂ, ਵੀ ਮੁੱਖ ਮੰਤਰੀ ਇੱਕ ਵਿਅਕਤੀ ਹੁੰਦਾ, ਇੱਕ ਆਗੂ ਹੁੰਦਾ ਜਿਹੜਾ ਵਿਧਾਇਕ ਬਣਦਾ, ਔਰ ਫਿਰ ਉਸ ਤੋਂ ਬਾਅਦ ਵਿਧਾਇਕ ਦਲ ਹੈ ਜਿਹੜਾ ਉਹ ਇੱਕ ਮੁੱਖ ਮੰਤਰੀ ਚੁਣਦਾ। ਵਿਧਾਇਕ ਕੌਣ ਹੁੰਦੇ ਨੇ? ਵਿਧਾਇਕ ਰਿਪਰੈਜ਼ੈਂਟੇਟਿਵਸ ਹੁੰਦੇ ਨੇ, ਪ੍ਰਤੀਨਿਧੀ ਹੁੰਦੇ ਨੇ ਲੋਕਾਂ ਦੇ ਜੀ। ਲੋਕ ਵਿਧਾਇਕਾਂ ਨੂੰ ਚੁਣਦੇ ਨੇ, ਵਿਧਾਇਕ ਮੁੱਖ ਮੰਤਰੀ ਨੂੰ ਚੁਣਦੇ ਨੇ। ਬਿਲਕੁਲ ਠੀਕ ਹੈ। ਸਿੱਧਾ ਮੁੱਖ ਮੰਤਰੀ ਨੂੰ ਨਹੀਂ ਚੁਣਦੇ, ਮੁੱਖ ਮੰਤਰੀ ਬਾਅਦ ਚੁਣਿਆ ਜਾਂਦਾ ਜੀ। ਜਦ ਵਿਧਾਇਕ ਤਾਂ ਤੁਸੀਂ ਖੁਦ ਚੁਣ ਰਹੇ ਹੋ, ਔਰ ਉਹ ਵੀ ਕਈ ਪੈਰਾ ਵਿਧਾਇਕਾਂ ਦੇ ਉਮੀਦਵਾਰ ਤਾਂ ਤੁਸੀਂ ਖੁਦ ਨਿਰਧਾਰਿਤ ਕਰ ਰਹੇ ਹੋ ਕਿ ਆਹ ਉਮੀਦਵਾਰ ਐਸਾ, ਉਹ ਭਾਵੇਂ ਚੋਰ ਹੈ, ਉਹ ਭਾਵੇਂ ਡਕੈਤ ਹੈ, ਉਹਨਾਂ ਨੂੰ ਤਾਂ ਤੁਸੀਂ ਲੋਕਾਂ ਦੀ ਰਾਏ ਨਹੀਂ ਪੁੱਛੀ ਜੀ। ਬਿਲਕੁਲ, ਉਹਨਾਂ ਨੂੰ ਤੁਸੀਂ ਚੁਣ ਲਿਆ। ਮਤਲਬ ਜੇ ਕੱਲ ਨੂੰ 70 ਵਿਧਾਇਕ ਨੇ ਤੇ 70 ਦੇ 70 ਤੁਸੀਂ ਮਤਲਬ ਮੰਨ ਲਓ ਮੈਂ ਡਾਕੂ ਚੁਣ ਲਿਆ, ਤੇ ਉਹ ਉੱਥੇ ਇੱਕ ਮੁੱਖ ਮੰਤਰੀ ਜੇ ਮੈਂ ਦਰਵੇਸ਼ ਚੁਣ ਲਿਆ ਤਾਂ ਉਹਦਾ ਕੀ ਮਤਲਬ ਹੈ ਜੀ? ਉਹਦਾ ਕੋਈ ਮਤਲਬ ਨਹੀਂ ਨਾ। ਤਾਂ ਇਹ ਜਿਹੜਾ ਡਰਾਮਾ ਕੀਤਾ ਜਾ ਰਿਹਾ ਹੈ, ਇਹ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਕੀਤਾ ਜਾ ਰਿਹਾ। ਔਰ ਅਰਵਿੰਦ ਕੇਜਰੀਵਾਲ ਉਹ ਬੰਦਾ ਹੈ ਜਿਹੜਾ ਕਦੇ ਵੀ ਸਿੱਖ ਚਿਹਰੇ ਨੂੰ ਬਰਦਾਸ਼ਤ ਨਹੀਂ ਕਰੇਗਾ, ਔਰ ਉਹ ਕੋਈ ਤਿਗੜਮਬਾਜ਼ੀ ਕਰੇ। ਆਉਣ ਵਾਲਾ ਸਮਾਂ ਆਪਾਂ ਕੋਈ ਨਜੂਮੀ ਤਾਂ ਹੈ ਨਹੀਂ, ਕੀ ਹੋਏਗਾ ਕੀ ਨਹੀਂ ਹੋਏਗਾ ਤਾਂ ਵਕਤ ਦੱਸੇਗਾ। ਪਰ ਦਾਨਿਸ਼ਮੰਦ ਸਿਆਸੀ ਮਾਹਰ ਕਹਿੰਦੇ ਨੇ ਕਿ ਇਹ ਬੰਦਾ ਸਾਰੀ ਇਹ ਡਰਾਮੇਬਾਜ਼ੀ ਕਿਸੇ ਸੋਚੀ ਸਮਝੀ ਚਾਲ ਤਹਿਤ ਕਰ ਰਿਹਾ, ਔਰ ਇਹ ਭਗਵੰਤ ਮਾਨ ਨੂੰ ਅੱਗੇ ਨਹੀਂ ਆਉਣ ਦੇਗਾ। ਔਰ ਇਹ ਉਹਨਾਂ ਦੀ ਗੱਲ ਹੈ। ਜੇ ਆਪਾਂ ਸੋਚੀਏ ਕਿ ਭਗਵੰਤ ਮਾਨ ਚ ਮੁੱਖ ਮੰਤਰੀ ਬਣਨ ਦੀ ਲਿਆਕਤ ਹੈ ਜੀ, ਤਾਂ ਸਵਾਲ ਇਹ ਵੀ ਬਹੁਤ ਅਹਿਮ ਹੈ। ਜਿਹੜਾ ਬੰਦਾ ਜਿਹਨੂੰ ਕੋਈ ਤਜਰਬਾ ਨਹੀਂ ਸਿਆਸਤ ਦਾ, ਜਿਹੜੇ ਬੰਦੇ ਦੀ ਮਤਲਬ ਸਮਾਜਿਕ ਛਵੀ ਜਿਹਨੂੰ ਅਕਸ ਕਹਿੰਦੇ ਆ, ਉਹ ਬੜਾ ਧੁੰਦਲਾ ਹੈ। ਦਾਰੂ ਪੀ ਕੇ ਜਿਹੜਾ ਬੰਦਾ ਮਤਲਬ ਡਿੱਗਦਾ ਢਹਿੰਦਾ ਗਾਰ ਚ ਬਹਿੰਦਾ ਹੈ, ਤੇ ਫਿਰ ਜਦੋਂ ਪੱਤਰਕਾਰ ਪੁੱਛਦੇ ਪਿੱਛੇ ਜਾ ਕੇ ਸੀਟ ਤੇ ਲਿਟ ਜਾਂਦਾ ਹੈ, ਫਿਰ ਰੋਂਦਾ ਮੈਨੂੰ ਛੱਡ ਦਿਓ, ਮੈਨੂੰ ਮਾਰੋ ਨਾ, ਪਤਾ ਨਹੀਂ ਕੀ ਕਰੀ ਜਾਂਦਾ ਹੈ। ਜਿਹੜਾ ਬੰਦਾ ਪੱਤਰਕਾਰਾਂ ਨਾਲ ਮਤਲਬ ਇੱਕ ਘਟੀਆ ਤਰੀਕੇ ਦੀ ਵਾਰਤਾਲਾਪ ਕਰਦਾ ਹੈ, ਉਸ ਬੰਦੇ ਨੂੰ ਤੁਸੀਂ ਕਿਵੇਂ ਆਪਣਾ ਰਹਿਨੁਮਾ ਤਸਲੀਮ ਕਰੋਗੇ ਜੀ? ਬਿਲਕੁਲ। ਸੋ ਭਗਵੰਤ ਮਾਨ ਦਾ ਨਾਂ ਜਿਹੜੇ ਭਗਵੰਤ ਮਾਨ ਦੇ ਚਹੇਤੇ ਲੈਣਗੇ ਕਿ ਜਿਹਨੂੰ ਮੁੱਖ ਮੰਤਰੀ ਦਾ ਉਮੀਦਵਾਰ ਬਣਾਓ, ਪਰ ਨਹੀਂ, ਕੋਈ ਵੀ ਸਿਆਸੀ ਪਾਰਟੀ ਹੈ ਜਿਹੜੀ, ਮੈਂ ਸਮਝਦਾ ਜੇ ਉਹਦਾ ਕੋਈ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਮੈਦਾਨ 'ਚ ਆਉਂਦਾ ਹੈ ਤਾਂ ਘੱਟੋ ਘੱਟ ਉਹ ਸਰਵ ਪ੍ਰਵਾਨਿਤ ਹੋਣਾ ਚਾਹੀਦਾ ਜੀ। ਬਿਲਕੁਲ, ਉਹਦੇ 'ਚ ਐਸੇ ਗੁਣ ਜ਼ਰੂਰ ਹੋਣੇ ਚਾਹੀਦੇ ਨੇ ਜੀ। ਬਿਲਕੁਲ। ਸੋ ਕੁਆਲਿਟੀਜ਼ ਤੇ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਮੁੱਖ ਮੰਤਰੀ ਦਾ ਅਹੁਦਾ ਲੈਣਾ ਕੋਈ ਛੋਟੀ ਗੱਲ ਨਹੀਂ ਹੈ। ਪਰ ਅੱਜ ਕੱਲ ਕੀ ਹੈ ਸ਼ੀਤਲ, ਅਸੀਂ ਨਾ ਲੋਕ ਇਹ ਸਮਝ ਲੈਂਦੇ ਆ ਕਿ ਆਹ ਪਾਰਟੀ ਆ ਜਾਊਗੀ ਤਾਂ ਪੰਜਾਬ ਦੇ ਦੁੱਖ ਦਰਦ ਦੂਰ ਹੋ ਜਾਣਗੇ। ਇਹ ਧੋਖਾ ਬਹੁਤ ਵੱਡਾ ਹੁੰਦਾ। ਫਿਰ ਜਦੋਂ ਹੀ ਉਹ ਸਰਕਾਰ ਬਣ ਜਾਂਦੀ ਹੈ, ਫਿਰ ਅਸੀਂ ਪਛਤਾਉਣ ਲੱਗ ਜਾਂਦੇ ਹਾਂ। ਫਿਰ ਸਾਨੂੰ ਲੱਗਦਾ ਕਿ ਯਾਰ ਉਹ ਆ ਜਾਣ। ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਡਾਕੂ ਚੰਬਲ ਦੇ ਜਿਵੇਂ ਸੀ, ਇੱਕ ਆਇਆ, ਫਿਰ ਦੂਜਾ ਆ ਗਿਆ, ਫਿਰ ਤੀਜਾ ਆ ਗਿਆ, ਫਿਰ ਚੌਥਾ ਆ ਗਿਆ ਜੀ। ਆਉਣਗੇ ਲੁਟੇਰੇ ਤੇ ਡਾਕੂ। ਤੁਸੀਂ ਜਿੱਡਾ ਮਰਜ਼ੀ ਕੋਸ਼ਿਸ਼ ਕਰ ਲਓ ਕਿ ਕੋਈ ਦਰਵੇਸ਼ ਆ ਜੇ, ਸਿਆਸਤਦਾਨ ਨਹੀਂ ਆਏਗਾ। ਸਭ ਦਾ ਮਨੋਰਥ ਸਿਆਸਤ 'ਚ ਇੱਕੋ ਹੁੰਦਾ, ਲੁੱਟਣਾ, ਆਪਣੀਆਂ ਜੇਬਾਂ ਭਰਨੀਆਂ। ਉਹ ਭਾਵੇਂ ਜਿਹੜਾ ਮਰਜ਼ੀ ਆ, ਉਹ ਭਗਵੰਤ ਮਾਨ ਹੈ, ਉਹ ਅਰਵਿੰਦ ਕੇਜਰੀਵਾਲ ਹੈ, ਉਹ ਪ੍ਰਕਾਸ਼ ਸਿੰਘ ਬਾਦਲ ਹੈ, ਉਹ ਚਰਨਜੀਤ ਸਿੰਘ ਚੰਨੀ ਹੈ, ਜਿਹੜਾ ਮਰਜ਼ੀ ਹੈ, ਇੱਕ ਨਾ ਇੱਕ ਟਾਈਮ ਤੇ ਆ ਕੇ
ਸਮਾਂ ਜਿਹੜਾ ਉਹ ਇਹ ਸਿੱਧ ਕਰ ਦੂਗਾ ਕਿ ਇਹ ਸਾਰੇ ਮਤਲਬ ਇੱਕੋ ਥਾਲੀ ਦੇ ਚੱਟੇ ਵੱਟੇ ਸਨ। ਜੀ ਬਿਲਕੁਲ। ਇਹਦੇ ਨਾਲ ਹੀ ਗੱਲ ਕਰਦੇ ਹਾਂ ਅਗਲੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ, ਕਿਉਂਕਿ ਚੰਗੇਰ ਪ੍ਰੋਗਰਾਮ ਦੇ ਵਿੱਚ ਜੇਕਰ ਅਸੀਂ ਸਿੱਧੂ ਸਾਹਿਬ ਦੀ ਗੱਲ ਨਾ ਕਰੀਏ ਤੇ ਮੈਨੂੰ ਲੱਗਦਾ ਸ਼ਾਇਦ ਉਹ ਨਾਰਾਜ਼ ਹੋ ਜਾਣਗੇ ਸਾਡੇ ਤੋਂ। ਫਿੱਕਾ ਹੋ ਜਾਊਗਾ। ਜੀ ਬਿਲਕੁਲ। ਸੋ ਉਹਨਾਂ ਨੇ ਕੀ ਕੀਤਾ ਜੀ, ਉਹਨਾਂ ਨੇ ਅਮਰੀਕੀ ਉਦਯੋਗਪਤੀਆਂ ਨੂੰ ਕਿਹਾ ਕਿ ਸਾਡੇ ਪੰਜਾਬ ਦੇ ਵਿੱਚ ਆ ਕੇ ਤੁਸੀਂ ਆਪਣਾ ਬਿਜ਼ਨਸ ਜਿਹੜਾ ਹੈ ਲਗਾਓ। ਐਲਨ ਮਸਕ ਨੂੰ ਉਹਨਾਂ ਨੇ ਟਵੀਟ ਕਰਕੇ ਕਿਹਾ ਔਰ ਇਲੈਕਟ੍ਰੀਕਲ ਕਾਰਾਂ ਦਾ ਨਿਵੇਸ਼ ਕਰਨ ਦਾ ਜਿਹੜਾ ਉਹਨਾਂ ਨੇ ਸੱਦਾ ਦਿੱਤਾ। ਤੁਹਾਨੂੰ ਕੀ ਲੱਗਦਾ ਹੈ, ਕੀ ਪਤਾ ਜਿਹੜਾ ਪੰਜਾਬ ਹੈ ਇੱਕ ਬਹੁਤ ਵਧੀਆ ਉਦਯੋਗ ਦਾ ਮੈਂ ਕਹੂੰਗੀ ਕਿ ਸੂਬਾ ਬਣ ਸਕਦਾ। ਜੀ ਦੇਖੋ ਇਹ ਨਾ ਐਵੇਂ ਮਤਲਬ ਕਹਿ ਲਓ ਵੀ ਅੱਖਾਂ ਬੰਦ ਕਰਕੇ ਛੱਡਿਆ ਤੀਰ ਹੈ, ਇਹਦਾ ਮਤਲਬ ਕੋਈ ਨਹੀਂਗਾ। ਐਲਨ ਮਸਕ ਨੂੰ ਇਹ ਬੁਲਾ ਰਹੇ ਨੇ ਟਵੀਟ ਕਰਕੇ ਜੀ, ਤੇ ਹਨ ਕੀ ਇੱਕ ਪਾਰਟੀ ਦੇ ਪ੍ਰਧਾਨ ਹਨਾ। ਸਰਕਾਰ ਦੀ ਨੀਤੀ ਬਣਾਉਣ ਦੇ ਵਿੱਚ ਇਹਨਾਂ ਦਾ ਕੋਈ ਹੱਥ ਨਹੀਂ। ਸਰਕਾਰ ਆਪਣੇ ਆਰਥਿਕ ਸਰੋਤਾਂ ਬਾਰੇ ਕੀ ਸੋਚਦੀ ਹੈ ਕਿ ਸਰਕਾਰ ਦੇ ਸਿਰ ਜੋ ਕਰਜ਼ਾ ਚੜਿਆ ਹੋਇਆ ਉਹਨੂੰ ਕਿਵੇਂ ਲਾਉਣਾ, ਉਹਦੀ ਕੀ ਨੀਤੀ ਬਣਾਈ ਜਾਣੀ ਚਾਹੀਦੀ ਹੈ, ਸਰਕਾਰ ਨੂੰ ਪਤਾ ਹੈ ਜਾਂ ਕੈਬਨਿਟ ਨੂੰ ਪਤਾ ਹੈ, ਜਾਂ ਮੁੱਖ ਮੰਤਰੀ ਕੈਬਨਿਟ ਦੇ ਵਿੱਚ ਬੈਠ ਕੇ ਫੈਸਲਾ ਲਵੇਗਾ ਕਿ ਸਾਨੂੰ ਆਹ ਕੰਮ ਆਹ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਨੇ ਜੀ। ਔਰ ਜਿੱਥੋਂ ਤੱਕ ਬਾਹਰਲੇ ਜਿਹੜੇ ਪੂੰਜੀਪਤੀ ਆ ਉਹ ਪੰਜਾਬ 'ਚ ਆ ਕੇ ਨਿਵੇਸ਼ ਕਰਨ, ਉਹਦੇ ਵਾਸਤੇ ਸਾਨੂੰ ਆਹ ਰਣਨੀਤੀ ਘੜਨੀ ਚਾਹੀਦੀ ਹੈ। ਇਹ ਸਰਕਾਰ ਦਾ ਕੰਮ ਹੈ ਜੀ ਬਿਲਕੁਲ। ਇਹ ਕਾਂਗਰਸ ਦੇ ਪ੍ਰਧਾਨ ਦਾ ਕੰਮ ਨਹੀਂਗਾ ਵੀ ਐਵੇਂ ਐਲਨ ਮਸਕ ਨੂੰ ਟਵੀਟ ਕਰਕੇ ਤੇ ਬਹੁਤ ਵੱਡਾ ਬਣਿਆ ਫਿਰਦਾ ਕਿ ਮੈਂ ਪਤਾ ਨਹੀਂ ਮੇਰੇ ਕਹਿਣ ਤੇ ਉਹ ਆ ਜਾਊਗਾ ਹਨਾ। ਦੇਖੋ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਸਰਕਾਰ ਬਣੀ ਹੈ, ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਜਾਂ ਪ੍ਰਕਾਸ਼ ਸਿੰਘ ਬਾਦਲ ਦੀ, ਤੁਸੀਂ ਦੇਖਿਆ ਹੋਣਾ ਹਰ ਵਾਰੀ ਇੱਕ NRI ਸੰਮੇਲਨ ਕਰਦੇ ਹੁੰਦੇ ਆ ਜੀ। ਔਰ ਉਹ NRI ਸੰਮੇਲਨ ਦੇ ਵਿੱਚ ਨਾ ਇਹ ਬਾਹਰੋਂ ਬੰਦੇ ਸੱਦਦੇ ਆ ਔਰ ਇਹ ਫਿਰ ਉਸ ਤੋਂ ਬਾਅਦ ਕਹਿੰਦੇ ਇੰਨੇ 1000 ਕਰੋੜ ਦਾ ਨਿਵੇਸ਼ ਹੋ ਗਿਆ ਹਨਾ। ਉਹ ਕਿਹੜਾ ਕਿਹਨੇ ਦੇਖਿਆ ਵੀ ਹੋਇਆ ਕਿ ਨਹੀਂ ਹੋਇਆ ਹਨਾ। ਬਾਹਰੋਂ ਲੋਕ ਆਉਂਦੇ ਨੇ, ਉਹਨਾਂ ਨੂੰ ਇਹ ਫਿਰ ਜਿਹੜੇ ਤਕੜੇ ਪੰਜਾਬੀ ਧਨਾੜ ਨੇ ਉੱਥੇ ਹਨਾ, ਬੈਂਸ ਸਾਹਿਬ ਵਰਗੇ ਜਾਂ ਬਾਠ ਵਰਗੇ, ਤਾਂ ਜਿਹਨਾਂ ਨੂੰ ਸੌਗੀ ਕਿੰਗ ਕਿਹਾ ਜਾਂਦਾ, ਉਹਨਾਂ ਨੂੰ ਫਿਰ ਇਹ ਗੱਡੀਆਂ ਦਿੰਦੇ ਨੇ ਸਰਕਾਰੀ। ਠੀਕ, ਉਹਨਾਂ ਦੀ ਚੰਗੀ ਆਓ ਭਗਤ ਹੁੰਦੀ ਹੈ, ਪਰ ਉਹ ਦੀਵਾਨੀ ਨਹੀਂ ਦੇ ਕੇ ਜਾਂਦੇ ਇਹਨਾਂ ਨੂੰ। ਤੇ ਕਦੇ ਦੀਵਾਨੀ ਦੇ ਕੇ ਨਹੀਂ ਜਾਂਦੇ, ਉਹ ਆਪਣਾ ਸੈਰ ਸਪਾਟਾ ਕਰਕੇ ਹਾਂ ਆਪਣਾ ਮਤਲਬ ਸਰਕਾਰ ਦੀ ਜਿਹੜੀ ਮਹਿਮਾਨ ਨਵਾਜ਼ੀ ਹੈ ਉਹ ਆਪਣੀ ਚੰਗੀ ਤਰ੍ਹਾਂ ਮਾਣ ਕੇ ਤੇ ਤੁਰ ਜਾਂਦੇ ਆ। ਕਦੇ ਵੀ ਉਹਨਾਂ ਨੇ 1 ਰੁਪਈਆ ਇੱਥੇ ਨਹੀਂ ਲਾਇਆ ਜੀ। ਗੱਲ ਇਹ ਹੈ ਕਿ ਜਦੋਂ ਤੱਕ ਭ੍ਰਿਸ਼ਟਾਚਾਰ ਨਹੀਂ ਖਤਮ ਹੁੰਦਾ, ਤੁਸੀਂ ਇੱਥੇ ਕਿਤੇ ਜਾਓ ਖਾਂ ਕਿ ਵੀ ਮੈਂ ਆਹ ਕੰਮ ਕਰਾਉਣਾ, ਜਦੋਂ ਤੁਸੀਂ ਘਰੇ ਮੀਟਰ ਲਵਾਉਣ ਵਾਸਤੇ ਤੁਹਾਨੂੰ ਰਿਸ਼ਵਤ ਦੇਣੀ ਪੈਂਦੀ ਹੈ, ਜਦੋਂ ਕਾਰਖਾਨਾ ਲਾਉਣਾ ਪੈ ਗਿਆ ਤੁਹਾਨੂੰ ਤੇ ਉਦੋਂ ਕੀ ਹਾਲ ਹੋਊਗਾ। ਤਾਂ ਇਸ ਕਰਕੇ ਨਾ ਇਹ ਐਲਨ ਮਸਕ ਨੂੰ ਟਵੀਟ ਕਰਕੇ ਪੰਜਾਬ ਦੀ ਆਰਥਿਕਤਾ ਲਈ ਤੇ ਨਹੀਂ ਆਉਣੀ। ਠੀਕ ਹੈ, ਇੱਥੇ ਬਹੁਤ ਕੁਝ ਬਦਲਣਾ ਪਊਗਾ। ਇੱਥੇ ਬੜੇ ਕੜਛੇ ਕੜਾਹੇ ਬਦਲਣੇ ਪੈਣਗੇ। ਇਹ ਨਹੀਂ ਆ ਵੀ ਇਕੱਲੇ ਕੜਛੇ ਬਦਲ ਲਓ ਤੇ ਕੜਾਹੇ ਉਵੇਂ ਰਹਿਣ ਦਿਓ। ਤੇ ਇੱਥੇ ਜਿੰਨੀ ਦੇਰ ਦੀ ਮੁਕੰਮਲ ਸਫਾਈ ਨਹੀਂ ਹੁੰਦੀ, ਜਾਂ ਤੁਹਾਡੀ ਅੰਤਰਾਤਮਾ ਨਹੀਂ ਕਹਿੰਦੀ, ਜਾਂ ਲੋਕਾਂ ਦੀ ਮਾਨਸਿਕਤਾ ਨਹੀਂ ਬਦਲਦੀ। ਜਦੋਂ ਮੈਂ ਕਰਪਟ ਬੰਦਿਆਂ ਨੂੰ ਚੁਣਦਾ, ਜਦੋਂ ਮੈਂ ਕਰਪਟ ਬੰਦਿਆਂ ਦੇ ਪਿੱਛੇ ਭੱਜਦਾ ਹਨਾ, ਹੁਣ ਤੁਸੀਂ ਦੇਖੋ ਵੀ ਹੱਦ ਕੀ ਹੈ ਸਾਡੀ ਬੇਸ਼ਰਮੀ ਤੇ ਬੇਹਯਾਈ ਦੀ, ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰੀ ਜਦੋਂ ਇਹਨਾਂ ਦੀ ਸਰਕਾਰ ਬਣੀ, ਕਾਂਗਰਸ ਦੀ, ਕੈਪਟਨ ਸਾਹਿਬ ਮੁੱਖ ਮੰਤਰੀ, ਉਹਨਾਂ ਨੇ ਚੱਕ ਕੇ ਇਹਨਾਂ ਨੂੰ ਅੰਦਰ ਕਰਤਾ ਸੀ, ਪਟਿਆਲੇ ਜੇਲ੍ਹ 'ਚ ਰੱਖਿਆ। ਜਦੋਂ ਇਹਨਾਂ ਦੀਆਂ ਜ਼ਮਾਨਤਾਂ ਹੋਈਆਂ ਨਾ ਤਾਂ ਇਹ ਉੱਥੋਂ ਲਾਅ ਲਸ਼ਕਰ ਲੈ ਕੇ ਹਰਮੰਦਰ ਸਾਹਿਬ ਸ਼ੁਕਰਾਨਾ ਕਰਨ ਗਏ। ਠੀਕ, ਉਹ ਬਹੁਤ ਵੱਡਾ ਜਲੂਸ ਸੀਗਾ ਔਰ ਐਵੇਂ ਪ੍ਰਚਾਰਿਆ ਗਿਆ ਕਿ ਜਿਵੇਂ ਮਤਲਬ ਬਹੁਤ ਵੱਡੀ ਇਹ ਜੰਗ ਜਿੱਤ ਕੇ ਆਏ ਨੇ ਜੀ। ਔਰ ਲੋਕ ਫਿਰ ਇਹਨਾਂ ਦੇ ਮਗਰ ਲੱਗ ਲਏ, ਅਗਲੀ ਸਰਕਾਰ ਇਹਨਾਂ ਦੀ ਫੇਰ ਬਣੀ ਜੀ। ਹੁਣ ਤੁਸੀਂ ਦੇਖੋ ਵੀ ਨਸ਼ਿਆਂ ਦੇ ਮੁੱਦੇ ਤੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲੀ ਹੈ। ਪਹਿਲਾਂ ਉਹਨਾਂ ਦੀ ਜ਼ਮਾਨਤ ਰੱਦ ਹੋ ਗਈ ਸੀ ਔਰ ਮੁਹਾਲੀ ਦੀ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਰੱਦ ਕਰਤੀ ਸੀ, ਹਾਈ ਕੋਰਟ 'ਚ ਉਹਨਾਂ ਨੂੰ ਜ਼ਮਾਨਤ ਮਿਲ ਗਈ। ਇਹ ਕੇਸ ਤਾਂ ਜੇ ਚੱਲੀ ਜਾਂਦਾ ਨਾ, ਅਜੇ ਇਹ ਸਾਬਤ ਤਾਂ ਨਹੀਂ ਹੋਇਆ ਕਿ ਬਿਕਰਮ ਸਿੰਘ ਮਜੀਠੀਆ ਦੁੱਧ ਧੋਤੇ ਨੇ, ਵੀ ਉਹਨਾਂ ਦਾ ਨਸ਼ਿਆਂ ਦੀ ਤਸਕਰੀ ਦੇ ਵਿੱਚ ਕੋਈ ਉਹਨਾਂ ਦਾ ਹਿੱਸਾ ਪੱਤੀ ਨਹੀਂ ਸੀ, ਜਾਂ ਉਹ ਜਿਹੜੇ ਨਸ਼ਿਆਂ ਵਾਲੇ ਤਸਕਰ ਸੀਗੇ ਜਦੋਂ ਇਹਨਾਂ ਦੀ ਸਰਕਾਰ ਸੀ ਉਹਨੂੰ ਆਪਣੀ ਗੱਡੀਆਂ 'ਚ ਲਿਜਾਂਦੇ ਨਹੀਂ ਸੀ, ਜਾਂ ਨਸ਼ਿਆਂ ਦੇ ਜਿਹੜੀਆਂ ਖੇਪ ਹੁੰਦੀਆਂ ਸੀ ਉਹ ਇਹਨਾਂ ਦੀ ਗੱਡੀਆਂ 'ਚ ਨਹੀਂ ਜਾਂਦੀਆਂ ਸੀ, ਜਾਂ ਉਹਨਾਂ ਤਸਕਰਾਂ ਨੂੰ ਆਪਣੇ ਘਰੇ ਨਹੀਂ ਰੱਖਦੇ ਸੀ। ਇਹ ਜਿਹੜੇ ਸਾਰੇ ਆਰੋਪ ਨੇ, ਅਜੇ ਇਹਨਾਂ ਬਾਰੇ ਕੋਈ ਸਰਕਾਰ ਦਾ ਜਾਂ ਅਦਾਲਤ ਦਾ ਫੈਸਲਾ ਤਾਂ ਨਹੀਂ ਆਇਆ। ਪਰ ਉਹ ਜਿਵੇਂ ਹਰਮੰਦਰ ਸਾਹਿਬ ਮੱਥਾ ਟੇਕਣ ਗਏ ਆ, ਉਹ ਆਏ ਆ ਜਿਵੇਂ ਮੁਲਤਾਨ ਦੀ ਜੰਗ ਫਤਿਹ ਕਰਕੇ ਆਏ ਆ।
ਤੇ ਮਤਲਬ ਦੁਸ਼ਮਣਾਂ ਨੂੰ ਦੇ ਦੰਦ ਕੱਟੇ ਕੀਤੇ ਉਹਨਾਂ ਨੇ, ਤਾਂ ਇਵੇਂ ਪ੍ਰਚਾਰਿਆ ਗਿਆ। ਔਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਉਹ ਘੁੱਗੂ ਜਿਹੜੇ ਉਹਨਾਂ ਦੇ ਮਗਰ ਉਹਦੀ ਪੂਛ ਪੜ ਤੁਰੇ ਜਾਂਦੇ ਸੀਗੇ, ਉਹਨਾਂ ਨੂੰ ਇੰਨੀ ਅਕਲ ਨਹੀਂ ਵੀ 10 ਸਾਲ ਖੌਂਸਲੇ ਖਾਂਦੇ ਰਹੇ ਆਪਾਂ ਹਨਾ, 10 ਸਾਲ ਆਪਾਂ ਨੂੰ ਇਹਨਾਂ ਨੇ ਸਾਹ ਨਹੀਂ ਲੈਣ ਦਿੱਤਾ, ਤਾਂ ਮੁੜ ਕੇ ਫੇਰ ਤੁਸੀਂ ਇਹਨਾਂ ਦੇ ਮਗਰ ਜਾਈ ਜਾਂਦੇ। ਸੋ ਇੱਥੇ ਹੀ ਮੈਂ ਗੱਲ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਹੀ ਤੁਹਾਡੇ ਨਾਲ ਕਰਾਂਗੀ। ਅੱਜ ਕੱਲ ਚੋਣ ਜਾਬਤਾ ਲੱਗਾ ਹੋਇਆ, ਲੋਕਾਂ ਦੇ ਕੋਲ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਨੇ, ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਜਾ ਰਹੀਆਂ ਨੇ, ਰੋਕ ਕੇ ਪੁੱਛਿਆ ਜਾਂਦਾ ਹੈ। ਵੱਖੋ-ਵੱਖ ਪਾਰਟੀਆਂ ਦੇ ਅਲੱਗ-ਅਲੱਗ ਢੰਗ ਤਰੀਕੇ। ਵੈਸੇ ਠੰਡ ਦਾ ਜਿਹੜਾ ਕਹਿਰ ਹੈ ਨਾ ਪੂਰਾ ਪੰਜਾਬ ਦੇ ਵਿੱਚ ਬਰਸਿਆ ਹੋਇਆ, ਪਿਛਲੇ ਮੈਨੂੰ ਲੱਗਦਾ ਹੈ ਕਿ 15 ਦਿਨ ਘੱਟੋ-ਘੱਟ ਹੋ ਚੁੱਕੇ ਨੇ ਕਿ ਧੁੱਪ ਨਹੀਂ ਚੜੀ। ਸੋ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਉਮਰ ਵੀ ਬਹੁਤ ਜ਼ਿਆਦਾ, ਠੰਡ ਵਿੱਚ ਵੈਸੇ ਉਹਨਾਂ ਨੂੰ ਘੁੰਮਣਾ ਤਾਂ ਨਹੀਂ ਚਾਹੀਦਾ, ਔਰ ਉਹਨਾਂ ਨੇ ਬਹੁਤ ਵਧੀਆ ਤਰੀਕਾ ਲੱਭਿਆ। ਉਹ ਕਾਰ ਦੇ ਅੰਦਰ ਹੀ ਬਹਿ ਕੇ ਲੋਕਾਂ ਨੂੰ ਮਿਲ ਰਹੇ ਨੇ, ਲੋਕਾਂ ਨੂੰ ਰੋਕ ਕੇ 100 ਗਜ ਦੀ ਦੂਰੀ ਤੇ ਕਾਰ ਰੋਕ ਕੇ ਲੋਕਾਂ ਨੂੰ ਇਕੱਠੇ ਕਰਕੇ, ਔਰਤਾਂ ਨੂੰ, ਬੱਚਿਆਂ ਨੂੰ ਮਿਲ ਰਹੇ ਨੇ, ਉਹਨਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ, ਤੇ ਕਾਰ ਦੇ ਅੰਦਰ ਬੈਠ ਕੇ ਹੀ ਉਹ ਇਹ ਲੋਕਾਂ ਤੋਂ ਜਿਹੜੀ ਆ ਵੋਟਾਂ ਮੰਗ ਰਹੇ ਨੇ। ਤਰੀਕਾ ਤਾਂ ਵੈਸੇ ਠੰਡ ਦੇ ਮੌਸਮ ਦੇ ਵਿੱਚ ਬਿਲਕੁਲ ਠੀਕ ਲੱਗਿਆ ਮੈਨੂੰ। ਤੁਹਾਨੂੰ ਕਿੱਦਾਂ ਦਾ ਲੱਗਾ? ਦੇਖੋ, ਗੋਲ ਮਸ਼ਕਰੀ ਕਰ ਗਿਆ ਨਹੀਂ ਬਾਬਾ ਬਖਤੌਰਾ ਜੀ। ਇਹ ਉਹ ਬੰਦਾ ਹੈ, ਜੇ ਤਾਂ ਇਹਨੂੰ ਮਤਲਬ ਅਦਾਲਤ ਦੇ ਵਿੱਚ ਤਲਬ ਕੀਤਾ ਜਾਵੇ ਤਾਂ ਬਾਬੇ ਬਿਮਾਰ ਹੋ ਜਾਂਦੇ ਆ ਜੀ, ਕਹਿੰਦੇ ਸਿਹਤ ਠੀਕ ਨਹੀਂ ਹਨਾ। ਤੇ ਜਦੋਂ ਆ ਜਾਂਦੀਆਂ ਚੋਣਾਂ ਉਦੋਂ ਪਤਾ ਨਹੀਂ ਬਾਬੇ ਕਿਹੜੀ ਬੂਟੀ ਖਾਂਦੇ ਆ ਹਨਾ, ਛਤਰਧਾਰਾ ਖਾਂਦੇ ਆ, ਸ਼ਿਵ ਬੂਟੀ ਖਾਂਦੇ ਆ, ਕੁਛ ਨਹੀਂ ਪਤਾ। ਉਦੋਂ ਬਾਬੇ ਪੂਰੀ ਚੜ੍ਹਤ ਚ ਹੁੰਦੇ ਆ। ਹੁਣ ਤੁਸੀਂ ਦੇਖ ਕਈ ਘੰਟੇ ਤੁਰੇ ਫਿਰਦੇ ਆ ਹਨਾ, ਲੋਕਾਂ ਨੂੰ ਉੱਥੇ ਖੜ ਕੇ 5 ਬੰਦਿਆਂ ਕੋਲੇ, ਤੇ ਸਟਾਈਲ ਇਹਨਾਂ ਦਾ ਬਹੁਤ ਵਧੀਆ ਹੈ। ਜੇ ਇਹਨਾਂ ਨੂੰ ਕੋਈ ਬੰਦਾ, ਇਹ ਉਹ ਬੰਦੇ ਆ ਜਿਹੜੇ ਨਾ ਮਤਲਬ ਜਦੋਂ ਬੰਦਾ ਫੁੜਕ ਜਾਂਦਾ ਨਾ ਉਦੋਂ ਪਤਾ ਲੱਗਦਾ ਵੀ ਡੰਗ ਮਾਰ ਗਏ। ਇਹ ਉਹ ਨਹੀਂ ਪਤਾ ਲੱਗਦਾ, ਪਹਿਲਾਂ ਨਹੀਂ ਪਤਾ ਲੱਗਦਾ, ਇਹ ਉਦੋਂ ਦੂਰ ਜਾ ਚੁੱਕੇ ਹੁੰਦੇ ਤੇ ਬੰਦੇ ਪਿੱਛੇ ਫੁੜਕੇ ਪਏ ਹੁੰਦੇ ਆ। ਇਹ ਐਸੀਆਂ ਇਹਨਾਂ ਦੀ ਜਿਹੜੀ ਰਣਨੀਤੀ ਆ ਉਹ ਇਸ ਤਰ੍ਹਾਂ ਦੀ ਹੈ, ਇਹ ਕਦੇ ਕਿਸੇ ਨੂੰ ਕਰੋਧੀ ਹੋ ਕੇ ਨਹੀਂ ਬੋਲਦੇ, ਠੀਕ ਹੈ। ਤੇ ਜੇ ਇਹਨਾਂ ਨੂੰ ਕਹੇ ਵੀ ਫਲਾਨਾ ਬੰਦਾ, ਨਹੀਂ ਭਾਈ ਸਾਰੇ ਚੰਗੇ ਆ। ਦੇਖੋ ਗੱਲ ਇਹ ਹੈ ਵੀ ਕਾਂਗਰਸੀ ਵੀ ਚੰਗੇ ਆ, ਅਕਾਲੀ ਵੀ ਚੰਗੇ ਆ, ਆਪ ਵਾਲੇ ਵੀ ਚੰਗੇ ਆ, ਪਰ ਗੱਲ ਇਹ ਹੈ ਵੀ ਚਲੋ ਪਰ ਸਾਡਾ ਤੁਸੀਂ ਖਿਆਲ ਰੱਖਣਾ, ਤੁਹਾਡੇ ਤੇ ਸਾਡੇ ਨਾਲ ਇੰਨਾ ਤੁਹਾਡਾ ਪਿਆਰ ਰਿਹਾ। ਇਹ ਜਿਹੇ ਗੋਲ ਮੋਲ ਗੱਲਾਂ ਕਰੀ ਜਾਂਦੇ ਆ। ਹੁਣ ਜਿਹੜੀ ਇਹਨਾਂ ਦੀ ਸਥਿਤੀ ਹੈ ਬੜੀ ਤਰਸਯੋਗ ਹੈ। ਉਹ ਤਰਸਯੋਗ ਤਾਂ ਹੈ ਕਿ ਲੋਕਾਂ ਨੂੰ ਅੱਗੇ ਤਾਂ ਨਹੀਂ ਪਤਾ ਲੱਗਦਾ ਸੀ। ਪਹਿਲਾਂ ਤਾਂ ਲੋਕ ਬਹੁਤ ਸਾਲਾਂ ਤੱਕ ਇਹੀ ਭਰਮ 'ਚ ਰਹੇ ਕਿ ਤੱਕੜੀ ਨੂੰ ਚੋਣ ਨਿਸ਼ਾਨ ਆ ਜਿਹੜਾ ਬਾਬੇ ਨਾਨਕ ਨੇ ਇਹਨਾਂ ਨੂੰ ਦਿੱਤਾ, ਤੇ ਤੱਕੜੀ ਸ਼ਾਇਦ ਉਹੀ ਬਾਬੇ ਨਾਨਕ ਦੀ ਹੈ ਜਿਹਦੇ ਵੱਟੇ ਸੁਲਤਾਨਪੁਰ ਲੋਧੀ ਪਏ ਜੀ। ਉਹਨਾਂ ਵੱਟਿਆਂ ਦੀ ਵੀ ਇੱਕ ਕਹਾਣੀ ਜੀ। ਉਹ ਜਦੋਂ ਪਹਿਲੇ ਵਾਰੀ ਦੂਰਦਰਸ਼ਨ ਵੱਲੋਂ ਗਿਆ ਫਿਲਮਿੰਗ ਕਰਨ ਵਾਸਤੇ, ਉਦੋਂ ਇਸ ਗੁਰਦੁਆਰੇ ਦੀ ਇਮਾਰਤ ਉਸ ਤਰ੍ਹਾਂ ਬਣੀ ਨਹੀਂ ਹੋਈ ਸੀ। ਇਹ ਗੱਲ ਹੈਗੀ 1989-88 ਦੀ ਜੀ। ਤਾਂ ਉਦੋਂ ਉਹ ਵੱਟੇ ਸੀ ਨਾ ਜਿਹੜੇ, ਉਹ ਸਿਰਫ 3-4 ਸੀਗੇ, ਤੇ ਹੌਲੀ ਹੌਲੀ ਉਹ ਜਿਹੜੇ ਵੱਟੇ ਸੀ ਉਹਨਾਂ ਦੀ ਗਿਣਤੀ ਵੱਧ ਗਈ। ਹੁਣ ਉਹ ਇੱਕ ਉਹਦੇ 'ਚ ਰੱਖੇ ਹੋਏ ਨੇ ਡੱਬੇ ਜਿਹੇ 'ਚ ਨਾ ਸ਼ੀਸ਼ੇ ਦੇ, ਤੇ ਵੱਟੇ ਵੀ ਇਹ ਗੁਰੂ ਨਾਨਕ ਦੇਵ ਜੀ ਦੇ ਉਹ ਵੱਟੇ ਨੇ ਨਾ। ਹੁਣ ਮੈਂ ਉੱਥੇ ਹਮੇਸ਼ਾ ਮੈਨੂੰ ਇਹ ਜਾ ਕੇ ਹੁੰਦਾ ਵੀ ਇਹ ਤਕੜੀ ਕਿੱਧਰ ਗਈ, ਫੇਰ ਲੱਗਦਾ ਵੀ ਬਾਦਲ ਸਾਹਿਬ ਕੋਲੇ ਆ ਗਈ, ਉਹਨਾਂ ਨੇ ਚੋਣ ਨਿਸ਼ਾਨ 'ਚ ਇਹ ਜੜਤੀ ਹੈ ਨਾ। ਤਾਂ ਲੋਕਾਂ ਦੀ ਪਹਿਲਾਂ ਤਾਂ ਇਵੇਂ ਰਿਹਾ ਕਿ ਲੋਕ ਧਾਰਮਿਕ ਜਜ਼ਬਾਤ ਦੇ ਰੌਹ ਵਿੱਚ ਇਹਨਾਂ ਨਾਲ ਜੁੜੇ ਰਹੇ, ਔਰ ਇਹਨਾਂ ਦਾ ਇੱਕ ਸਥਾਪਿਤ ਵੋਟ ਬੈਂਕ ਰਿਹਾ, ਬੜਾ ਵੱਡਾ ਵੋਟ ਬੈਂਕ। ਮਤਲਬ ਲੋਕ ਇਹ ਕਹਿੰਦੇ ਹੁੰਦੇ ਸੀ ਮਰਨੀ ਮਰ ਜਾਵਾਂਗੇ, ਵੋਟਾਂ ਪੰਥ ਨੂੰ ਪਾਵਾਂਗੇ। ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿਹੜਾ ਪੰਥ ਹੈ ਨਾ ਉਹੀ ਪ੍ਰਕਾਸ਼ ਸਿੰਘ ਬਾਦਲ ਹੈ ਜੀ। ਤਾਂ ਹੌਲੀ ਹੌਲੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਵੇਂ ਲੋਕਾਂ ਨੂੰ ਜਚਾਤਾ ਕਿ ਪੰਥ ਪੁੰਥ ਹੋਰ ਕੁਝ ਨਹੀਂ ਹੁੰਦਾ, ਅਸੀਂ ਤਿੰਨੇ ਹੀ ਹੁੰਦੇ ਹਾਂ, ਮੈਂ ਸੁਖਬੀਰ ਬਾਦਲ, ਪਰਿਵਾਰ ਹੁੰਦਾ ਸਾਡਾ ਪਰਿਵਾਰ ਹੁੰਦਾ। ਅੱਛਾ, ਪਰ ਜਦੋਂ ਜ਼ਮਾਨਾ ਬਦਲਿਆ, ਲੋਕਾਂ ਦੇ ਜਿਉਣ ਦੇ ਅੰਦਾਜ਼ ਬਦਲੇ, ਪ੍ਰਚਾਰ ਪ੍ਰਸਾਰ ਦੇ ਮਾਧਿਅਮ ਬਦਲੇ, ਤਾਂ ਫਿਰ ਬੰਦਿਆਂ ਦੀਆਂ ਹਕੀਕਤਾਂ ਸੱਚਾਈਆਂ ਸਾਹਮਣੇ ਆਉਣ ਲੱਗੀਆਂ ਜੀ। ਔਰ ਜਿਹੜੇ ਬੰਦੇ ਨੇ ਇੱਕ ਕੋਈ ਭਾਸ਼ਣ ਦੇਤਾ, ਉੱਥੇ ਕਈ ਹੁੰਦੇ ਨੇ ਰਿਕਾਰਡ ਕਰਨ ਵਾਲੇ, ਉਹਨਾਂ ਨੇ ਜਦੇ ਹੀ ਉਹ ਰਿਕਾਰਡ ਕਰ ਲਿਆ ਤੇ ਨੈਟ ਤੇ ਪਾਤਾ। ਤੇ ਅੱਜ ਕੱਲ ਤਾਂ ਬਹੁਤ ਵਧੀਆ ਕੰਮ ਹੁੰਦਾ, ਪੁਰਾਣਾ ਭਾਸ਼ਣ ਤੇ ਨਵਾਂ ਭਾਸ਼ਣ ਦੋਨਾਂ ਦਾ ਕੰਪੈਰੀਜ਼ਨ ਜਿਹੜਾ ਵਿੱਚ ਲਾਈਨ ਪਾ ਕੇ ਬਹੁਤ ਸੋਹਣਾ ਦਿਖਾਉਂਦਾ। ਹੁਣ ਇੱਕ ਭਾਸ਼ਣ ਹੋਰ ਹੈ, ਹੁਣ ਇਹ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਵੀ ਇਹ ਖੇਤੀ ਕਾਨੂੰਨਾਂ ਬਾਰੇ ਨਾ, ਨਾਲ ਉਹਨਾਂ ਦੇ ਉਹ ਪਾਏ ਹੋਏ ਨੇ। ਇਹ ਸੁਖਬੀਰ ਬਾਦਲ ਕਹਿੰਦਾ ਨਕਸਲੀ ਨੇ, ਬੀਬੀ ਕਹਿੰਦੀ ਮੈਂ ਇਹਨਾਂ ਦੇ ਖਿਲਾਫ ਨਹੀਂ, ਤੇ ਉਹਨਾਂ ਦੀ ਕਰਦੇ ਆ ਸਮਰਥਨ ਪ੍ਰਕਾਸ਼ ਸਿੰਘ ਬਾਦਲ। ਇੱਕ ਸੁਖਬੀਰ ਸਿੰਘ ਬਾਦਲ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਜਿਹਦੇ 'ਚ ਉਹ ਕਹਿੰਦਾ ਵੀ ਦੇਖੋ ਜਦੋਂ ਸਾਡੀ ਸਰਕਾਰ ਸੀ, ਮਤਲਬ ਉਦੋਂ ਐਫੀਡੇਵਿਟ ਵੀ ਨਹੀਂ, ਮਤਲਬ ਅਸੀਂ ਐਫੀਡੇਵਿਟ ਵਾਲਾ ਸਿਲਸਿਲਾ ਖਤਮ ਕਰਦਾ ਸੀ। ਬੰਦਾ ਖੁਦ ਹੀ ਕਹਿਣ, ਮਤਲਬ ਲਿਖ ਕੇ ਦੇ ਦੇ
ਕਿ ਆਈ ਸੋ ਐਂਡ ਸੋ ਕਿ ਵੀ ਮੈਂ ਆਪਣਾ ਡੈਥ ਸਰਟੀਫਿਕੇਟ ਜਾਂ ਆਪਣਾ ਕਿਸੇ ਦਾ ਤੋਂ ਮੈਂ ਆਪ ਹੀ ਤਸਦੀਕ ਕਰਦਾ ਜਾਂ ਮੈਂ ਆਪਣਾ ਕੁਆਲੀਫਿਕੇਸ਼ਨ ਦਾ ਸਰਟੀਫਿਕੇਟ, ਮਤਲਬ ਉੱਥੇ ਐਫੀਡੇਵਿਟ ਦੀ ਲੋੜ ਨਹੀਂ ਪੈਂਦੀ। ਉਹਨਾਂ ਨੇ ਸਾਰੇ ਕਾਨੂੰਨੀ ਸਿੱਕੇ ਤੇ ਢੰਗ ਤੇ, ਹਨਾ। ਉਹ ਪਤਾ ਨਹੀਂ ਬਾਬੇ ਕੀ ਖਾ ਲੈਂਦੇ ਆ, ਮੈਨੂੰ ਸਮਝ ਨਹੀਂ ਆਉਂਦੀ, ਤੇ ਫਿਰ ਕੀ ਬੋਲ ਜਾਂਦੇ ਆ, ਤਾਂ ਇਹ ਪਤਾ ਨਹੀਂ ਲੱਗਦਾ। ਹੁਣ ਉਹ ਚਾਹੁੰਦੇ ਨੇ ਕਿ ਮੁੜ ਸਰਕਾਰ ਆਵੇ ਤੇ ਆਪਣੇ ਬੇਟੇ ਨੂੰ ਮੁੱਖ ਮੰਤਰੀ ਬਣਾਉਣ ਦੇ ਉਸ 'ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਗਰਮ ਹੋ ਗਏ ਨੇ। ਉਹਨਾਂ ਦਾ ਸੁਪਨਾ ਹੈ ਕਿ ਮੈਂ ਆਪਣੇ ਜਿੰਦੇ ਜੀ ਸੁਖਬੀਰ ਬਾਦਲ ਦੇ ਸਿਰ ਤੇ ਮੁੱਖ ਮੰਤਰੀ ਦਾ ਤਾਜ ਜ਼ਰੂਰ ਦੇਖ ਨਹੀਂ, ਮੈਨੂੰ ਹੋਰ ਲੱਗਦਾ, ਮੈਨੂੰ ਇਹ ਲੱਗਦਾ ਵੀ ਉਹ ਕਹਿੰਦੇ ਨੇ ਵੀ ਆਪਣੇ ਜਿਉਂਦੇ ਜੀ ਮੈਂ ਇਹਨੂੰ ਮੁੱਖ ਮੰਤਰੀ ਨਹੀਂ ਬਣ ਦੇਣਾ। ਹੋ ਸਕਦਾ, ਕਿਉਂਕਿ ਉਹ ਕਦੇ ਵੀ ਨਹੀਂ ਆਏ ਕਹਿੰਦੇ ਵੀ ਮੈਂ ਨਹੀਂ ਬਣੂਗਾ ਜੀ। ਉਹਨਾਂ ਦੇ ਮੂੰਹੋਂ ਨਿਕਲਿਆ ਕਦੇ ਸੁਣਿਆ ਵੀ ਅਗਲਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋ ਜੇ ਸਾਡੀ ਸਰਕਾਰ ਬਣੀ। ਕਿਉਂਕਿ ਬਾਬਾ ਜਿਹੜਾ ਹੈ ਉਸ ਨੂੰ ਸੱਤਾ ਦੀ ਇੰਨੀ ਭੁੱਖ ਹੈ, ਦੋ ਚੀਜ਼ਾਂ ਦੀ ਭੁੱਖ ਹੈ। ਪਹਿਲੀ ਭੁੱਖ ਉਹਦੀ ਸੱਤਾ ਦੀ ਹੈ ਤੇ ਸੱਤਾ ਦੇ ਜ਼ਰੀਏ ਮਾਇਆ ਦੀ ਹੈ। ਗੱਲ ਤਾਂ ਇੱਕੋ ਹੀ ਹੈ ਜੀ, ਪਰ ਸੱਤਾ ਬਿਨਾਂ ਮਾਇਆ ਆ ਨਹੀਂ ਸਕਦੀ, ਔਰ ਜਿਉਂ-ਜਿਉਂ ਸੱਤਾ ਆਈ ਹੈ ਤਿਉਂ-ਤਿਉਂ ਮਾਇਆ ਆਈ ਹੈ। ਇਸ ਕਰਕੇ 80 ਏਕੜ ਤੋਂ ਇੰਨੀ ਮਤਲਬ ਵਾਸਟ ਐਮਪਾਇਰ ਖੜਾ ਕਰ ਲਿਆ, ਕੋਈ ਛੋਟੀ ਮੋਟੀ ਗੱਲ ਥੋੜੀ ਹੈ। ਤੇ ਬਾਬੇ ਨੂੰ ਜਿਹੜੀ ਉਹ ਲੜਕਾ ਹੈ ਸੱਤਾ ਮੰਨਣ ਦੀ, ਉਹ ਨਹੀਂ ਜਾਂਦੀ। ਤੇ ਸੁਖਬੀਰ ਬਾਦਲ ਜਿੰਨੀ ਦੇਰ ਤੱਕ ਬਾਬੇ ਨੇ, ਤਾਂ ਮਤਲਬ ਹੀ ਨਹੀਂ ਉਹ ਮੁੱਖ ਮੰਤਰੀ ਬਣ ਜੇ ਕਦੇ ਜੀ। ਅੱਛਾ ਸਰ, ਇੱਥੇ ਇੱਕ ਹੋਰ ਗੱਲ ਆਪਾਂ ਕਰਦੇ ਹਾਂ। ਹਰੇਕ ਪਾਰਟੀ ਦੇ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾ ਰਹੀ ਹੈ ਆਪਾਂ ਆਪਣੇ ਹਲਕਿਆਂ ਤੋਂ, ਹਨਾ, ਕਿ ਇੱਥੋਂ ਇਹਨੂੰ। ਜਿਸ ਕਿਸੇ ਵਿਅਕਤੀ ਨੂੰ, ਉਮੀਦਵਾਰ ਨੂੰ ਟਿਕਟ ਨਹੀਂ ਮਿਲਦੀ ਆਪਣੀ ਪਾਰਟੀ ਤੋਂ, ਪਿੱਛੇ ਜੇ ਤਾਂ ਬੜਾ ਤਗੜਾ ਬੁਖਾਰ ਚੜਿਆ ਸੀ ਕਿ ਜਿਹੜਾ ਵੀ ਬੰਦਾ, ਭਾਵੇਂ ਉਹ ਕਾਂਗਰਸੀ ਹੈ ਭਾਵੇਂ ਉਹ ਆਮ ਆਦਮੀ ਪਾਰਟੀ ਹੈ, ਜੇਕਰ ਉਹਨੂੰ ਆਪਣੀ ਪਾਰਟੀ ਚੋਂ ਟਿਕਟ ਨਹੀਂ ਮਿਲੀ ਤਾਂ ਉਹ ਭਾਜਪਾ 'ਚ ਜਾ ਕੇ ਸ਼ਾਮਲ ਹੋ ਰਿਹਾ ਸੀ। ਤਾਂ ਭਾਜਪਾ ਨੂੰ ਲੈ ਕੇ ਤਾਂ ਚੁਟਕਲੇ ਵੀ ਬਣਨੇ ਸ਼ੁਰੂ ਹੋ ਗਏ ਸਨ। ਇਹ ਕਿਹਾ ਜਾ ਰਿਹਾ ਸੀਗਾ ਕਿ ਜੇਕਰ ਕਿਸੇ ਵੀ ਪੰਜਾਬ ਦੇ ਵਿੱਚ ਕਿਸੇ ਬੱਚੇ ਦਾ ਬਾਪ ਵੀ ਨਹੀਂ ਲੱਭਦਾ ਤੇ ਉਹ ਵੀ ਜਾ ਕੇ ਭਾਜਪਾ ਵਾਲਿਆਂ ਨੂੰ ਪੁੱਛੇ ਕਿ ਮੇਰਾ ਪਿਤਾ ਜੀ ਤੁਹਾਡੇ ਕੋਲ ਤਾਂ ਨਹੀਂ ਕਿਤੇ ਆ ਗਏ। ਸੋ ਇਸ ਤਰ੍ਹਾਂ ਦੇ ਚੁਟਕਲੇ ਵੀ ਬਹੁਤ ਜ਼ਿਆਦਾ ਚੱਲੇ। ਸੋ ਪਹਿਲਾਂ ਤਾਂ ਭਾਜਪਾ ਵਾਲਾ ਬੁਖਾਰ ਸੀ ਕਿ ਹਰ ਕੋਈ ਭੱਜ ਕੇ ਭਾਜਪਾ ਨੂੰ ਜੁਆਇਨ ਕਰ ਰਿਹਾ ਸੀਗਾ। ਹੁਣ ਨਵਾਂ ਬੁਖਾਰ ਆ ਗਿਆ, ਹੁਣ ਆ ਗਿਆ ਆਜ਼ਾਦ ਉਮੀਦਵਾਰ, ਜਿਹਨੂੰ ਟਿਕਟ ਨਹੀਂ ਮਿਲਦੀ ਉਹ ਆਜ਼ਾਦ ਖੜਾ ਹੁੰਦਾ ਪਿਆ। ਮਤਲਬ ਪਹਿਲਾਂ ਤੁਸੀਂ ਪਾਰਟੀ ਵੱਲ ਹੁੰਦੇ ਹੋ, ਫਿਰ ਪਾਰਟੀ ਤੁਹਾਨੂੰ ਧੱਕਾ ਮਾਰ ਦਿੰਦੀ ਹੈ, ਫਿਰ ਤੁਸੀਂ ਕਿਸੇ ਹੋਰ ਪਾਰਟੀ 'ਚ ਜਾਂਦੇ ਹੋ, ਜੇ ਉੱਥੇ ਤੁਹਾਡੀ ਦਾਲ ਨਹੀਂ ਗਲਦੀ ਫਿਰ ਤੁਸੀਂ ਇੰਡੀਪੈਂਡੈਂਟ ਖੜੇ ਹੋਣ ਦਾ ਐਲਾਨ ਕਰਦੇ ਹੋ। ਮਤਲਬ ਤੁਹਾਡਾ ਕਿਸੇ ਦਾ ਦੀਨ ਧਰਮ ਹੈ ਜਾਂ ਨਹੀਂ ਹੈ? ਹਾਂ, ਬਸ ਜੇ ਲੋਕਾਂ ਨੂੰ ਇੰਨੀ ਗੱਲ ਸਮਝ ਆ ਜਾਏ ਕਿ ਜਿਹੜੇ ਛਾਪਾ ਮਾਰ ਆਗੂ ਨੇ ਸਾਡੇ, ਇਹਨਾਂ ਦਾ ਕੋਈ ਕਿਰਦਾਰ ਨਹੀਂ, ਇਹ ਮੌਕਾ ਪ੍ਰਸਤ ਨੇ, ਸਵਾਰਥੀ ਨੇ, ਵਿਸ਼ਵਾਸਘਾਤੀ ਨੇ, ਬੇਵਫਾ ਨੇ ਜੀ, ਅਕ੍ਰਿਤਕਣ ਨੇ। ਇਹਨਾਂ ਨੂੰ ਲੋਕਾਂ ਦੇ ਨਾਲ ਕੁਛ ਨਹੀਂ ਤਾਲੁਕ। ਮੈਨੂੰ ਇੱਕ ਗੱਲ ਦੱਸੋ ਕਿ ਉਹ ਕਹਿੰਦੇ ਹੁੰਦੇ ਨਾ, ਬੰਦੇ ਨੂੰ ਥੋੜੀ ਬਹੁਤ ਸ਼ਰਮ ਹੋਵੇ ਤਾਂ ਉਹ ਦੂਜੀ ਵਾਰੀ ਨਾ ਮਤਲਬ ਉਹ ਕੰਮ ਨਹੀਂ ਕਰਦਾ ਜਿਹੜਾ ਬੰਦਾ ਬਾਵਕਾਰ ਹੁੰਦਾ। ਬਿਲਕੁਲ, ਇਹ ਇਸ ਕਦਰ ਬੇਸ਼ਰਮ ਨੇ ਕਿ ਅੱਜ ਇਸ ਪਾਰਟੀ 'ਚ ਨੇ ਜੀ, ਠੀਕ ਹੈ, ਟਿਕਟ ਨਹੀਂ ਮਿਲੀ ਤਾਂ ਦੂਜੀ ਪਾਰਟੀ 'ਚ, ਤਾਂ ਕਈ ਇਹੋ ਜਿਹੇ ਨੇ ਵੀ ਦੂਜੀ ਪਾਰਟੀ 'ਚ 2 ਦਿਨ ਗਏ, ਮੁੜ ਕੇ ਫਿਰ ਪਹਿਲੀ ਪਾਰਟੀ 'ਚ ਬਿਲਕੁਲ ਵਾਪਸ ਮੁੜੇ ਆਉਂਦੇ ਨੇ। ਇਸ ਤਰ੍ਹਾਂ ਮਤਲਬ ਯੂ ਟਰਨ ਲੈਂਦੇ ਨੇ। ਅਸੀਂ ਇਹਨੂੰ ਸਾਫ਼-ਸਾਫ਼ ਇਹ ਵੀ ਕਹਿ ਸਕਦੇ ਕਿ ਪੰਜਾਬੀ ਦੀ ਕਹਾਵਤ ਹੈ, ਥੁੱਕ ਕੇ ਚੱਟਣਾ। ਉਹ ਤਾਂ ਹੁਣ ਮਤਲਬ ਇੰਨਾ ਥੁੱਕ ਕੇ ਚੱਟ ਗਏ ਨੇ, ਹੁਣ ਚੱਟਣ ਨੂੰ ਵੀ ਕੁਝ ਨਹੀਂ ਰਹਿ ਗਿਆ। ਅੱਛਾ, ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਹੜੇ ਇੱਕ ਖਾਸ ਮਤਲਬ ਸਮੇਂ ਤੱਕ ਔਰ ਲੰਬੇ ਸਮੇਂ ਤੱਕ ਇੱਕ ਪਾਰਟੀ ਦੀਆਂ ਨੀਤੀਆਂ ਨੂੰ ਪ੍ਰਚਾਰਦੇ ਰਹੇ, ਲੋਕਾਂ ਨੂੰ ਆਪਣੇ ਨਾਲ ਜੋੜਦੇ ਰਹੇ, ਲੋਕਾਂ ਦੇ ਕੰਮ ਵੀ ਕਰਵਾਉਂਦੇ ਰਹੇ, ਜਦੋਂ ਉਹ ਮੰਤਰੀ ਜਾਂ ਵਿਧਾਇਕ ਬਣੇ ਉਹਨਾਂ ਦੀ ਲੋਕਾਂ ਦੇ ਵਿੱਚ ਲੋਕਪ੍ਰਿਯਤਾ ਵੀ ਰਹੀ। ਤੇ ਜਦੋਂ ਉਹਨਾਂ ਨੂੰ ਟਿਕਟ ਨਹੀਂ ਮਿਲੀ ਤੇ ਉਹ ਛੱਡ ਕੇ ਜਦੋਂ ਦੂਜੀ ਪਾਰਟੀ 'ਚ ਆਏ ਤਾਂ ਉਹ ਪਾਰਟੀ 'ਚ ਆ ਗਏ ਜਿਸ ਪਾਰਟੀ ਦੀਆਂ ਨੀਤੀਆਂ ਨੂੰ ਪਹਿਲਾਂ ਭੰਡਦੇ ਰਹੇ, ਜਿਹਦੇ ਆਗੂਆਂ ਦੀ ਉਹ ਆਲੋਚਨਾ ਕਰਦੇ ਰਹੇ, ਤੇ ਅੱਜ ਫਿਰ ਉਹਨਾਂ ਦੇ ਵਫਾਦਾਰ ਬਣ ਕੇ ਉਹਨਾਂ ਦੀ ਪ੍ਰਸ਼ੰਸਾ ਕਰਨ ਲੱਗ ਪਏ। ਤਾਂ ਮਤਲਬ ਇਹ ਜਿਹੇ ਦੋਗਲੇ ਕਿਰਦਾਰ ਬੰਦਿਆਂ ਨੂੰ ਪੋਲਿਟਿਕਸ ਤੋਂ ਦੂਰ ਕਿਉਂ ਨਾ ਰੱਖਿਆ ਜਾਵੇ। ਪਰ ਲੋਕ ਐਵੇਂ ਨਹੀਂ ਕਰਦੇ। ਲੋਕ ਐਵੇਂ ਨੇ, ਮਤਲਬ ਜਿੱਧਰ ਨੂੰ ਉਹ ਭੱਜੇ ਉਹਦੇ ਮਗਰ 6 ਭੱਜ ਪਏ, 5 ਪਿੱਛੇ ਰਹਿ ਗਏ, ਉਹ ਕਿਸੇ ਹੋਰ ਮਗਰ ਭੱਜ ਪਏ, ਮਤਲਬ ਇਹ ਐਂ ਕਰੀ ਜਾਂਦੇ ਨੇ। ਮਹਿੰਦਰ ਸਿੰਘ KP ਨੂੰ ਟਿਕਟ ਨਹੀਂ ਮਿਲੀ ਜੀ, ਹੁਣ ਉਹਨਾਂ ਦਾ ਭਾਜਪਾ 'ਚ ਜਾਣਾ ਤੈਅ ਹੈ, ਠੀਕ। ਅਜੈਬ ਸਿੰਘ ਭੱਟੀ ਹੈ, ਉਹਨੂੰ ਟਿਕਟ ਨਹੀਂ ਮਿਲੀ। ਬਹੁਤ ਸਾਰੇ ਆਗੂ, ਬਲਵਿੰਦਰ ਲਾਡੀ ਹੈ, ਨਹੀਂ ਮਿਲੀ। ਤਾਂ ਗੱਲ ਇਹ ਹੁੰਦੀ ਹੈ ਕਿ ਤੁਸੀਂ ਇੱਕ ਪਾਰਟੀ ਦੇ ਨਾਲ ਜੇ ਤੁਸੀਂ ਵਫਾਦਾਰ ਹੋ, ਠੀਕ ਹੈ, ਨਹੀਂ ਮਿਲੀ ਕੋਈ ਗੱਲ ਨਹੀਂ, ਕੋਈ ਜ਼ਿੰਦਗੀ ਤਾਂ ਨਹੀਂ ਬੀਤ ਚੱਲੀ ਜੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਗਿਆਨੀ ਜ਼ੈਲ ਸਿੰਘ ਦੀ ਜੀ। ਗਿਆਨੀ ਜ਼ੈਲ ਸਿੰਘ ਸ਼ੁਰੂ ਤੋਂ ਕਾਂਗਰਸ ਨਾਲ ਰਹੇ, ਬੜੀ ਬੰਦੇ ਦੀ ਕੁਰਬਾਨੀ ਰਹੀ, ਪਰ ਉਹ ਕਹਿੰਦੇ ਨਾ ਬਈ एक ही कदम गलत उठा था राहे शौक में, मंजिल तमाम उम्र मुझे ढूंढती रही। बस एक गलती हुई ਉਹਨਾਂ ਤੋਂ ਔਰ ਉਹ ਇਤਿਹਾਸ ਦੇ ਵਿੱਚ ਗੁੰਮਨਾਮ ਹੋ ਗਏ। ਪਰ ਉਹ ਬੰਦਾ ਆਪਣੀ ਪਾਰਟੀ ਪ੍ਰਤੀ ਇਸ ਕਦਰ ਵਫਾਦਾਰ ਰਿਹਾ। ਜਦੋਂ ਇੰਦਰਾ ਗਾਂਧੀ
ਉਹਨਾਂ ਦੀ ਅਰੈਸਟ ਹੋਈ ਹੂੰ ਔਰ ਉਸ ਤੋਂ ਬਾਅਦ ਉਹਨਾਂ ਨੂੰ ਐਸੇ ਹਾਲਾਤ ਨਾਖੁਸ਼ਗਵਾਰ ਹੋ ਗਏ ਕਿ ਉਹਨਾਂ ਨੂੰ ਉਹਨਾਂ ਦੇ ਚਹੇਤੇ ਬਾਬੂ ਜਗਜੀਵਨ ਰਾਮ ਹੋਰੀ ਵੀ ਉਹਨਾਂ ਨੂੰ ਛੱਡ ਗਏ, ਹੂੰ ਵੱਡੇ ਵੱਡੇ ਨੇਤਾ ਉਹਨਾਂ ਦਾ ਸਾਥ ਛੱਡ ਗਏ, ਹੂੰ ਗਿਆਨੀ ਜ਼ੈਲ ਸਿੰਘ ਨੇ ਨਹੀਂ ਛੱਡਿਆ। ਨਹੀਂ ਛੱਡਿਆ ਜੀ। ਫਿਰ ਦੇਖੋ ਹਿੰਦੁਸਤਾਨ ਦੇ ਰਾਸ਼ਟਰਪਤੀ ਬਣੇ। ਹੂੰ ਤਾਂ ਗੱਲ ਇਹ ਹੁੰਦੀ ਹੈ ਕਿ ਵਫਾਦਾਰੀ ਕਾਊਂਟ ਕਰਦੀ ਹੈ, ਵਫਾਦਾਰੀ ਦਾ ਸਿਲਾ ਵੀ ਮਿਲਦਾ। ਬਿਲਕੁਲ। ਪਰ ਲੋਕਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਬੇਵਫਾ ਆਗੂ ਅਕ੍ਰਿਤ ਘਾਣ ਵਿਸ਼ਵਾਸਘਾਤੀ ਦੇ ਮਗਰ ਨਹੀਂ ਲੱਗਣਾ ਚਾਹੀਦਾ ਕਿਉਂਕਿ ਜੇਕਰ ਅਸੀਂ ਇਹੋ ਜਿਹਾਂ ਦੇ ਮਗਰ ਲੱਗਾਂਗੇ ਸਾਡਾ ਆਪਣਾ ਜਿਹੜਾ ਹੈ ਭਵਿੱਖ, ਸਾਡੇ ਪੰਜਾਬ ਦਾ ਭਵਿੱਖ ਹੈ ਜਿਹੜਾ ਖਤਰੇ ਦੇ ਵਿੱਚ ਪੈਂਦਾ ਜਾ ਰਿਹਾ। ਔਰ ਵੈਸੇ ਵੀ ਪੰਜਾਬ ਇਸ ਵੇਲੇ ਮੈਂ ਕਹੂੰਗੀ ਸਰ ਬਹੁਤ ਜ਼ਿਆਦਾ ਡਗਮਗਾ ਰਿਹਾ ਹੈ, ਨਾਜ਼ੁਕ ਦੌਰ ਚ ਬਿਲਕੁਲ ਨਾਜ਼ੁਕ ਦੌਰ ਦੇ ਵਿੱਚ। ਔਰ ਮੈਨੂੰ ਨਹੀਂ ਲੱਗਦਾ ਕਿ ਸਾਡੇ ਇਤਿਹਾਸ ਦੇ ਵਿੱਚ ਕਦੀ ਪਹਿਲਾਂ ਇਹੋ ਜਿਹੇ ਹਾਲਾਤ ਪੰਜਾਬ ਨੂੰ ਦੇਖਣ ਨੂੰ ਮਿਲੇ ਨੇ ਜਿਹੜੇ ਅੱਜ ਦੇਖਣ ਨੂੰ ਮਿਲ ਰਹੇ ਨੇ। ਸੋ ਜਨਤਾ ਦੇ ਹੱਥ ਪਾਵਰ ਹੈ, ਸ਼ਕਤੀ ਹੈ, ਜਨਤਾ ਹੀ ਤੈਅ ਕਰੂਗੀ ਕਿ ਉਹਨੇ ਪੰਜਾਬ ਦਾ ਹੁਣ ਜਿਹੜਾ ਆਉਣ ਵਾਲਾ ਆਗੂ ਹੈ ਕਿਹਨੂੰ ਬਣਾਉਣਾ ਹੈ। ਇਹਦੇ ਨਾਲ ਹੀ ਨਾਲ ਚੰਗੇਰ ਪ੍ਰੋਗਰਾਮ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਕੱਲ ਫੇਰ ਹਾਜ਼ਰ ਹੋਵਾਂਗੇ ਨਵੇਂ ਪੱਖ ਦੇ ਮੁੱਦੇ ਲੈ ਕੇ। ਤਦ ਤੱਕ ਦੇ ਲਈ ਕਰੋ ਇੰਤਜ਼ਾਰ ਤੇ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।